the most powerful, beautiful thoughts. रिलैक्स करके अपने आप को देखें। आज ਸਤਿ ਸ੍ਰੀ ਅਕਾਲ, ਓਮ ਸ਼ਾਂਤੀ ਸਾਰਿਆਂ ਨੂੰ। ਬ੍ਰਹਮਾ ਕੁਮਾਰੀ ਸਿਲੀਕਨ ਵੈਲੀ ਵੱਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ। ਅੱਜ ਸਾਡਾ ਆਖਰੀ ਸੈਸ਼ਨ ਹੈਗਾ ਰਾਜਯੋਗਾ ਮੈਡੀਟੇਸ਼ਨ ਪੰਜਾਬੀ ਕੋਰਸ ਦਾ, ਤੇ ਅੱਜ ਅਸੀਂ ਸਪਿਰਿਚੁਅਲ ਰੀਡਿੰਗ ਦੇ ਬਾਰੇ ਗੱਲ ਕਰਾਂਗੇ, ਜਿਹਨੂੰ ਮੁਰਲੀ ਕਹਿੰਦੇ ਆਪਾਂ ਬ੍ਰਹਮਾ ਕੁਮਾਰੀ ਦੇ ਵਿੱਚ। ਬਟ ਐਜ਼ ਯੂਜੂਅਲ ਬਿਫੋਰ ਵੀ ਗੈਟ ਸਟਾਰਟਡ, ਸਾਰਿਆਂ ਨੂੰ ਰਿਕੁਐਸਟ ਹੈ ਕਿ ਅਗਲੇ ਘੰਟੇ ਵਾਸਤੇ ਆਪਣੇ ਘਰ ਵਿੱਚ ਕਿਸੇ ਕੁਆਇਟ ਜਗ੍ਹਾ ਤੇ ਬੈਠੋ ਤਾਂ ਕਿ ਤੁਸੀਂ ਫੋਕਸ ਕਰਕੇ ਕਲਾਸ ਨੂੰ ਸੁਣ ਸਕੋਗੇ। ਤੇ ਅੱਜ ਵੀ ਸਾਡੇ ਨਾਲ ਕਿਰਨ ਭੈਣ ਜੀ ਤੇ ਅੰਜੂ ਭੈਣ ਜੀ ਹੈਗੇ ਨੇ ਸਾਡੇ ਨਾਲ, ਥੈਂਕ ਯੂ ਜੀ। ਤੇ ਵਿਲ ਡੂ ਅ ਬਰੀਫ ਰੀਕੈਪ ਕਿ ਜਿਵੇਂ ਅਸੀਂ ਜਾਣਿਆ ਹੁਣੇ ਤੱਕ ਪਿਛਲੀ ਕਲਾਸਿਸ ਦੇ ਵਿੱਚ ਕਿ ਸਾਡਾ ਅਸਲੀ ਸਰੂਪ ਕੀ ਹੈਗਾ। ਅਸੀਂ ਆਪਣੇ ਆਪ ਨੂੰ ਇਸ ਸਰੀਰ ਤੋਂ ਵੱਖਰਾ ਸਮਝ ਕੇ ਆਪਣੇ ਆਪ ਨੂੰ ਆਤਮਿਕ ਸਰੂਪ ਵਿੱਚ ਦੇਖੀਏ ਤਾਂ ਸਾਨੂੰ ਉਸ ਤੋਂ ਸਾਡੀ ਅਸਲੀ ਪਛਾਣ ਹੈਗੀ ਹੈ। ਜਿਵੇਂ ਗੁਰਬਾਣੀ ਲਿਖਿਆ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੇ ਮੇਰੀ ਮੂਲ ਪਛਾਣ ਜੋ ਹੈਗੀ ਹੈ ਉਹ ਪੁਆਇੰਟ ਆਫ ਲਾਈਟ ਆਤਮਾ, ਰੂਹ, ਕੌਨਸ਼ੀਅਸਨੈਸ ਹੈ। ਤੇ ਜਦ ਵਾਹਿਗੁਰੂ ਨੇ ਇਸ ਆਤਮਾ ਨੂੰ ਇਸ ਸਰੀਰ ਵਿੱਚ ਪਾਇਆ ਤਾਂ ਅਸੀਂ ਇਸ ਹਿਊਮਨ ਫਾਰਮ ਦੇ ਵਿੱਚ ਇਸ ਧਰਤੀ ਤੇ ਜਨਮ ਲੈ ਕੇ ਆਏ। ਤੇ ਸਾਡੇ ਆਤਮਾ ਦੇ ਹੀ ਸਾਰੇ ਉਹ ਆਤਮਾ ਦੇ ਨਿੱਜੀ ਗੁਣ ਹੈਗੇ ਨੇ, ਪਵਿੱਤਰਤਾ, ਸ਼ਾਂਤੀ, ਪਿਆਰ, ਸ਼ਕਤੀ, ਖੁਸ਼ੀ, ਆਨੰਦ। ਤੇ ਅਸੀਂ ਇਹਨਾਂ ਗੁਣਾਂ ਦੇ ਵਿੱਚ ਹੀ ਆਪਣੇ ਆਪ ਨੂੰ ਐਕਸਪੀਰੀਅੰਸ ਕਰੀਏ ਕਿ ਇਹ ਸਹਿ ਗੁਣ ਸਾਡੇ ਅੰਦਰ ਭਰੇ ਹੋਏ ਨੇ ਹਰ ਵੇਲੇ। ਤੇ ਇਹਨਾਂ ਗੁਣਾਂ ਨੂੰ ਲੈਣ ਵਾਸਤੇ ਅਸੀਂ ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਕਨੈਕਟ ਕਰੀਏ। ਜੇ ਅਸੀਂ ਪੁਆਇੰਟ ਆਫ ਲਾਈਟ ਹੈਗੇ ਹਾਂ ਸੋਲ, ਪਰਮਾਤਮਾ ਸਾਡਾ ਮਾਤਾ ਪਿਤਾ, ਅਸੀਂ ਕਹਿੰਦੇ ਹਾਂ ਤੂੰ ਮਾਤ ਪਿਤਾ ਹਮ ਬਾਲਕ ਤੇਰੇ। ਪਰਮਾਤਮਾ ਇਜ਼ ਆਲਸੋ ਅ ਪੁਆਇੰਟ ਆਫ ਲਾਈਟ। ਤੇ ਅਸੀਂ ਆਪਣੇ ਸਾਰੇ ਨਿੱਜੀ ਗੁਣਾਂ ਨੂੰ, ਪਵਿੱਤਰਤਾ, ਸ਼ਾਂਤੀ, ਪਿਆਰ, ਸ਼ਕਤੀ, ਆਨੰਦ, ਖੁਸ਼ੀ, ਗਿਆਨ, ਸਾਰੇ ਗੁਣਾਂ ਨੂੰ ਅਸੀਂ ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਅਸੀਂ ਇਹ ਸਾਰੇ ਗੁਣ ਆਪਣੇ ਅੰਦਰ ਭਰ ਸਕਦੇ ਹਾਂ। ਐਂਡ ਦੈਟ ਇਜ਼ ਵਾਟ ਦ ਫਾਊਂਡੇਸ਼ਨ ਆਫ ਰਾਜ ਯੋਗਾ ਮੈਡੀਟੇਸ਼ਨ ਇਜ਼ ਕਿ ਅਸੀਂ ਪਹਿਲੇ ਸਟੈਪ 1 ਤੇ ਅਸੀਂ ਆਪਣੇ ਆਪ ਨੂੰ ਡਿਸਕਨੈਕਟ ਕਰੀਏ ਫਿਜ਼ੀਕਲ ਵਰਲਡ ਤੋਂ। ਉਹਦੇ ਬਾਅਦ ਸਟੈਪ 2 ਅਸੀਂ ਆਪਣੇ ਆਪ ਨੂੰ ਲੈਟਸ ਗੋ ਇਨਸਾਈਡ, ਅਸੀਂ ਆਪਣੇ ਆਪ ਨੂੰ ਉਸ ਆਤਮਿਕ ਸਥਿਤੀ ਦੇ ਵਿੱਚ ਵਿਜ਼ੂਅਲਾਈਜ਼ ਕਰੀਏ, ਆਪਣੇ ਆਪ ਨੂੰ ਪੁਆਇੰਟ ਆਫ ਲਾਈਟ ਜੋਤੀ ਸਰੂਪ ਦੇ ਵਿੱਚ, ਜਿਹੜੀ ਮੱਥੇ ਦੇ ਵਿਚਕਾਰ ਇੱਥੇ ਸੈਂਟਰ ਆਫ ਫੋਰਹੈਡ ਦੇ ਵਿੱਚ ਹੈ ਰਿਜ਼ਾਈਡਿੰਗ, ਉਸ ਜਾਗਦੀ ਜੋਤ ਦੇ ਸਰੂਪ ਵਿੱਚ ਅਸੀਂ ਆਪਣੇ ਆਪ ਨੂੰ ਵਿਜ਼ੂਅਲਾਈਜ਼ ਕਰੀਏ ਤਾਂ ਅਸੀਂ ਆਪਣੇ ਆਪ ਨੂੰ ਉਸ ਪੁਆਇੰਟ ਆਫ ਲਾਈਟ ਤੋਂ ਵਿਜ਼ੂਅਲਾਈਜ਼ ਕਰਕੇ ਪਰਮਾਤਮਾ ਨੂੰ ਵੀ ਇੱਕ ਪੁਆਇੰਟ ਆਫ ਲਾਈਟ, ਜਸਟ ਜਿਵੇਂ ਸਨ ਹੈਗਾ, ਸਨ ਦੇ ਵਾਂਗ ਇੱਕ ਪੁਆਇੰਟ ਆਫ ਲਾਈਟ ਦੇ ਫਾਰਮ ਵਿੱਚ ਵਿਜ਼ੂਅਲਾਈਜ਼ ਕਰੀਏ ਪਰਮਾਤਮਾ ਨੂੰ। ਤੇ ਫਿਰ ਅਸੀਂ ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਕਨੈਕਟ ਕਰ ਸਕਦੇ ਹਾਂ। ਤੇ ਪਰਮਾਤਮਾ ਨਾਲ ਕਨੈਕਟ ਕਰਕੇ ਅਸੀਂ ਆਪਣੇ ਆਪ ਹੀ ਪਰਮਾਤਮਾ ਤੋਂ ਸਾਰਾ ਪਿਆਰ, ਸ਼ਾਂਤੀ, ਖੁਸ਼ੀ, ਸ਼ਕਤੀਆਂ, ਆਨੰਦ ਸਭ ਕੁਝ ਆਪਣੇ ਅੰਦਰ ਭਰ ਲੈਂਦੇ ਹਾਂ ਪਰਮਾਤਮਾ ਤੋਂ। ਤੇ ਫਿਰ ਸਾਨੂੰ ਇਸ ਫਿਜ਼ੀਕਲ ਦੁਨੀਆ ਤੋਂ ਕੁਝ ਉਹ ਨਹੀਂ ਰਹਿ ਜਾਂਦਾ, ਕੋਈ ਐਕਸਪੈਕਟੇਸ਼ਨਸ ਔਰ ਕੋਈ ਨਾਰਾਜ਼ਗੀ, ਕੋਈ ਗੁੱਸਾ, ਕੁਝ ਉਹ ਨਹੀਂ ਰਹਿ ਜਾਂਦਾ ਇਸ ਦੁਨੀਆ ਤੋਂ। ਤੇ ਅਸੀਂ ਇਹ ਵੀ ਦੇਖਿਆ ਕਿ ਜੇ ਅਸੀਂ ਆਤਮਾ ਹੈਗੇ ਆ ਪੁਆਇੰਟ ਆਫ ਲਾਈਟ, ਸਾਡਾ ਅਸਲੀ ਘਰ ਹੈਗਾ ਪਰਮ ਧਾਮ, ਸੋਲ ਵਰਲਡ, ਸ਼ਾਂਤੀ ਧਾਮ, ਮੁਕਤੀ ਧਾਮ ਕਹਿੰਦੇ ਆ। ਤੇ ਪਰਮਾਤਮਾ ਉੱਥੇ ਨਿਵਾਸ ਕਰਦਾ ਹੈ। ਸਾਡਾ ਆਤਮਾ ਦਾ ਵੀ ਪਰਮਾਨੈਂਟ ਰੈਜ਼ੀਡੈਂਸ ਉਹ ਹੀ ਹੈਗਾ ਪਰਮ ਧਾਮ। ਤੇ ਅਸੀਂ ਆਤਮਾਵਾਂ ਇਸ ਧਰਤੀ ਤੇ ਆਏ ਹਾਂ, ਸਾਨੂੰ ਇਸ ਧਰਤੀ ਤੇ ਟੈਂਪਰੇਰੀ ਉਹ ਮਿਲਿਆ ਪਰਮਿਟ, ਸਮਝ ਲਓ ਕਿ ਟੈਂਪਰੇਰੀ ਵਿਜ਼ਿਟਰ ਵੀਜ਼ਾ ਤੇ ਆਏ ਹਾਂ ਅਸੀਂ ਇੱਥੇ ਧਰਤੀ ਦੇ ਉੱਤੇ, ਸਮਝ ਲਓ। ਤੇ ਅਸੀਂ ਇਸ ਧਰਤੀ ਤੇ ਆਪਣੇ ਟੈਂਪਰੇਰੀ ਅਸੀਂ ਇਸ ਸਰੀਰ ਦੇ ਵਿੱਚ ਆ ਕੇ ਆਪਣਾ ਰੋਲ ਪਲੇ ਕਰ ਰਹੇ ਹਾਂ ਇਸ ਡਰਾਮੇ ਦੇ ਵਿੱਚ। The whole purpose of getting a body and coming to this life on this earth is ਕਿ ਅਸੀਂ ਆਪਣੀ ਆਤਮਾ ਨੂੰ ਪਵਿੱਤਰ ਕਰ ਸਕੀਏ। ਕਿਉਂਕਿ ਜਦ ਆਤਮਾ ਪਰਮ ਧਾਮ ਵਿੱਚ ਹੁੰਦੀ ਹੈ ਪਰਮਾਤਮਾ ਨਾਲ, then ਆਤਮਾ cannot experience anything। ਆਤਮਾ ਨੂੰ ਨਾ ਖੁਸ਼ੀ ਹੁੰਦੀ ਹੈ, ਨਾ ਗਮ ਹੁੰਦਾ, ਨਾ ਗਰਮੀ, ਨਾ ਸਰਦੀ, ਆਤਮਾ ਕੁਝ ਮਹਿਸੂਸ ਨਹੀਂ ਕਰ ਸਕਦੀ ਉਸ ਵੇਲੇ। ਆਤਮਾ ਨੂੰ ਸਰੀਰ ਲੈਣਾ ਪੈਂਦਾ ਹੈ ਆਪਣੇ ਆਪ ਨੂੰ ਪਵਿੱਤਰ ਕਰਨ ਵਾਸਤੇ, ਸੋ ਦੈਟ ਜਦ ਆਤਮਾ ਪਵਿੱਤਰ ਬਣਦੀ ਹੈ ਤਦੇ ਆਤਮਾ ਪਰਮਾਤਮਾ ਦੇ ਨਾਲ ਕਨੈਕਟ ਹੋ ਸਕਦੀ ਹੈ। So the whole purpose of us coming onto this earth is ਕਿ ਅਸੀਂ ਆਪਣੇ ਆਪ ਨੂੰ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਅਸੀਂ ਆਪਣੇ ਸਾਰੇ ਪੁਰਾਣੇ ਪਾਪ ਕਰਮਾਂ ਨੂੰ ਮਿਟਾ ਕੇ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜ ਸਕੀਏ। ਤੇ ਧਰਤੀ ਦੇ ਉੱਤੇ ਇੱਕ ਡਰਾਮਾ ਚੱਲ ਰਿਹਾ ਹੈ, think of life as a drama। ਤੇ every person around me is a soul। ਸਾਰੇ ਪਰਮਾਤਮਾ ਦੀ ਸੰਤਾਨ ਹੈਗੇ ਨੇ, ਸਾਰੇ ਆਪਣਾ ਆਪਣਾ ਰੋਲ ਪਲੇ ਕਰ ਰਹੇ ਨੇ ਇਸ ਡਰਾਮੇ ਦੇ ਵਿੱਚ। ਤੇ
ਜੇ ਅਸੀਂ ਇਸ ਡਰਾਮੇ ਦੀ ਸਮਿਤੀ ਵਿੱਚ ਰੱਖਾਂਗੇ ਆਪਣੇ ਮਨ ਵਿੱਚ, ਸਾਨੂੰ ਦੂਜਿਆਂ ਦੇ ਪ੍ਰਤੀ ਕੋਈ ਗੁੱਸਾ ਨਹੀਂ ਆਏਗਾ ਕਿਸੇ ਦੇ ਪ੍ਰਤੀ ਕਿ ਉਹਨੇ ਇੰਜ ਕਿਉਂ ਬੋਲਿਆ, ਉਂਝ ਕਿਉਂ ਬੋਲਿਆ। we'll have no expectations from anyone. ਸਾਨੂੰ ਪਤਾ ਹੈ ਕਿ ਅਨਲਿਮਿਟਡ ਡਰਾਮਾ ਚੱਲ ਰਿਹਾ ਹੈ and every actor is playing their own role in this world drama. ਤੇ ਅਸੀਂ ਆਤਮਾਵਾਂ ਦੀ ਵਰਲਡ ਸਾਈਕਲ ਦੇ ਬਾਰੇ ਗੱਲ ਕੀਤੀ ਸੀਗੀ ਕਿ ਅਸੀਂ ਹੀ ਪਹਿਲੇ ਸਤਯੁਗ ਵਿੱਚ ਜਨਮ ਆਏ ਸੀ ਕਿ 16 ਕਲਾ ਸੰਪੂਰਨ ਸੀਗੇ ਅਸੀਂ, ਤੇ ਧੀਰੇ ਧੀਰੇ ਜਿਵੇਂ ਅਸੀਂ ਬਰਥ ਲਿੱਤੇ, ਅਸੀਂ ਸੋਲ ਕੌਨਸ਼ੀਅਸ ਸੀਗੇ 100% ਸੋਲ ਕੌਨਸ਼ੀਅਸ ਸਤਯੁਗ ਵਿੱਚ, ਤੇ ਧੀਰੇ ਧੀਰੇ ਅਸੀਂ ਦੁਆਪਰ ਤੱਕ ਆਂਦੇ ਸਾਡੇ ਅੰਦਰ ਬੋਡੀ ਕੌਨਸ਼ੀਅਸਨੈਸ ਆ ਗਈ, ਵਿਕਾਰ ਆਣੇ ਸ਼ੁਰੂ ਹੋ ਗਏ, ਐਂਡ ਨਾਓ ਕਲਯੁਗ ਦੇ ਐਂਡ ਤੱਕ ਆਂਦੇ ਸਾਡੀਆਂ ਕਲਾਵਾਂ ਆਲਮੋਸਟ ਜ਼ੀਰੋ ਤੇ ਪਹੁੰਚ ਗਈਆਂ, ਐਂਡ ਨਾਓ ਇਟਸ ਅ ਟਾਈਮ ਫॉर ਅਸ ਟੂ ਰਿਵਰਸ ਦ ਟ੍ਰੈਂਡ ਕਿ ਅਸੀਂ ਆਪਣੀਆਂ ਕਲਾਵਾਂ ਨੂੰ ਵਧਾਈਏ। ਲੈਟਸ ਗੋ ਬੈਕ ਫਰਮ 0 ਕਲਾਸ ਇਨਟੂ 16 ਬੈਕ ਟੂ 16 ਕਲਾ ਸੰਪੂਰਨ, ਤਾਂ ਕਿ ਅਸੀਂ ਸਤਯੁਗ ਨੂੰ ਵਾਪਸ ਲਿਆ ਸਕੀਏ। ਤੇ ਦੈਟ ਇਜ਼ ਦ ਹੋਲ ਫਾਊਂਡੇਸ਼ਨ ਆਫ ਰਾਜਯੋਗਾ ਮੈਡੀਟੇਸ਼ਨ ਕਿ ਅਸੀਂ ਆਪਣੇ ਆਪ ਨੂੰ ਪਰਮਾਤਮਾ ਨਾਲ ਕਨੈਕਟ ਕਰਕੇ ਆਪਣੇ ਆਪ ਨੂੰ ਭਰੀਏ ਉਹ ਚੰਗੇ ਗੁਣਾਂ ਦੇ ਨਾਲ, ਤੇ ਅਸੀਂ ਪਰਮਾਤਮਾ ਦੇ ਵਾਂਗ ਪਵਿੱਤਰ ਬਣ ਸਕੀਏ। ਨਾਨਕ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਉਹ ਪਰਮਾਤਮਾ ਦਾ ਨਾਮ ਲੈਣਾ ਜੋ ਹੈ, it is like the aeroplane that will take us from the Kalyug into the Satyug. ਤੇ ਅਸੀਂ ਕਰਮ ਯੋਗੀ ਬਾਰੇ ਗੱਲ ਕੀਤੀ ਸੀਗੀ ਕਿ ਅਸੀਂ ਜਿਹੜਾ ਵੀ ਕੰਮ ਕਰਦੇ ਆ, ਇਟ ਮੈਟਰਸ ਲੈਸ ਕਿ ਕਿਹੜਾ ਕੰਮ ਹੈਗਾ, ਬਟ ਵਾਟ ਮੈਟਰਸ ਇਜ਼ ਕਿ ਉਸ ਕੰਮ ਨੂੰ ਅਸੀਂ ਕਿਹੜੀ ਸਮ੍ਰਿਤੀ ਨਾਲ ਕੀਤਾ, ਕਿ ਸਾਡੇ ਮਨ ਦੀ ਸੋਚ ਕੀ ਸੀਗੀ, ਕਿਹੜੇ ਐਟੀਟਿਊਡ ਨਾਲ ਕੀਤਾ ਅਸੀਂ ਉਸ ਕੰਮ ਨੂੰ। ਸੇਮ ਕੰਮ ਨੂੰ ਅਸੀਂ ਇੱਕ ਜ਼ਬਰਦਸਤੀ ਵੀ ਕਰ ਸਕਦੇ ਹਾਂ, ਸੋਚ ਕੇ ਹੈ ਮੈਨੂੰ ਕਿਉਂ ਕਰਨਾ ਪੈਂਦਾ ਹੈ, ਮੇਰੀ ਕਿਸਮਤ ਕਿਉਂ ਖਰਾਬ ਹੈ, ਮੈਨੂੰ ਕਿਉਂ ਬਾਰ-ਬਾਰ ਐਸਾ ਇਹ ਕੰਮ ਕਰਨਾ ਪੈਂਦਾ ਸਵੇਰੇ ਸ਼ਾਮੀ। ਜਾਂ ਫਿਰ ਅਸੀਂ ਸੇਮ ਕੰਮ ਨੂੰ ਇੱਕ ਚੰਗੇ ਦਿਲ ਦੇ ਨਾਲ, ਚੰਗੇ ਪਿਆਰ ਦੇ ਨਾਲ, ਖੁਸ਼ੀ ਦੇ ਨਾਲ ਕਰ ਸਕਦੇ ਹਾਂ ਬੈਠ ਕੇ, ਇਹ ਸੋਚ ਕੇ ਕਿ ਵਾਹ ਰੇ ਮੇਰੀ ਕਿਸਮਤ ਕਿੰਨੀ ਚੰਗੀ ਹੈ ਕਿ ਮੈਨੂੰ ਹੀ ਇਹ ਕੰਮ ਮਿਲਦਾ ਹਮੇਸ਼ਾ ਕਰਨ ਵਾਸਤੇ। ਤੇ ਬਸ ਹਰ ਕੰਮ ਕਰਨ ਲੱਗੇ ਆਪਣੇ ਆਪ, ਇਫ ਯੂ ਗਿਵ ਇਟ ਆਰ ਬੈਸਟ then that brings ਉਸ ਕੰਮ ਦੇ ਵਿੱਚ ਬਰਕਤ ਆ ਜਾਂਦੀ ਹੈ ਫਿਰ, ਕਿਉਂਕਿ ਉਸ ਕੰਮ ਤੇ ਅਸੀਂ ਦਿਲ ਨਾਲ ਕਰ ਰਹੇ ਹਾਂ, ਦੁਆਵਾਂ ਦੇ ਕੇ ਕਰ ਰਹੇ ਹਾਂ ਉਸ ਕੰਮ ਨੂੰ, ਤਾਂ ਸਾਨੂੰ ਉਸ ਕੰਮ ਕਰਨ ਵਿੱਚ ਸਾਨੂੰ ਸਕਸੈਸ ਜ਼ਰੂਰ ਮਿਲਦੀ ਹੈ। ਫਿਰ ਅਸੀਂ ਕਰਮਾਂ ਦੇ ਬਾਰੇ ਗੱਲ ਕੀਤੀ ਸੀ ਕਿ ਸਾਡੀ ਕਿਸਮਤ ਜੋ ਹੈ ਅਸੀਂ ਆਪ ਲਿਖਨੇ ਆ ਆਪਣੇ ਹੱਥ ਨਾਲ, ਸਾਡੀ ਕਿਸਮਤ ਕੋਈ ਹੋਰ ਨਹੀਂ ਲਿਖਦਾ, ਪਰਮਾਤਮਾ ਸਾਡੀ ਕਿਸਮਤ ਨਹੀਂ ਲਿਖਦਾ। ਪਰਮਾਤਮਾ ਨੇ ਸਿਰਫ ਇੱਕੋ ਰੂਲ ਬਣਾਇਆ ਹੈ ਧਰਤੀ ਦਾ ਕਿ ਆਪੇ ਬੀਜ ਆਪੇ ਹੀ ਖਾਓ, ਕਿ ਜੋ ਅਸੀਂ ਪਲਾਂਟ ਕਰਦੇ ਹਾਂ ਅਸੀਂ ਉਹੀ ਖਾਂਦੇ ਹਾਂ। ਪਰਮਾਤਮਾ ਨੇ ਸਿਰਫ ਇਹ ਰੂਲ ਬਣਾਇਆ, ਐਂਡ ਦੈਨ ਪਰਮਾਤਮਾ ਨੇ ਸਾਨੂੰ ਐਮਪਾਵਰ ਕੀਤਾ ਹੈ। ਸਾਡੀ ਕਿਸਮਤ ਪਰਮਾਤਮਾ ਨੇ ਸਾਡੇ ਹੱਥ ਵਿੱਚ ਲਿਖੀ ਹੈ ਕਿ ਅਸੀਂ ਆਪਣੀ ਕਿਸਮਤ ਨੂੰ ਆਪਣੇ ਹੱਥ ਨਾਲ ਲਿਖੀਏ, ਆਪਣੇ ਕਰਮਾਂ ਦੇ ਨਾਲ, ਆਪਣੀ ਸੋਚ ਦੇ ਨਾਲ, ਆਪਣੇ ਸ਼ਬਦ ਦੇ ਨਾਲ, ਆਪਣੇ ਐਕਸ਼ਨਸ ਦੇ ਨਾਲ। ਅਸੀਂ ਆਪਣੀ ਕਿਸਮਤ ਆਪ ਹੀ ਲਿਖਦੇ ਹਾਂ, ਕੋਈ ਦੂਜਾ ਇਨਸਾਨ ਸਾਡੀ ਕਿਸਮਤ ਨਹੀਂ ਲਿਖਦਾ, ਰਾਈਟ। ਸੋ ਇਫ ਯੂ ਕੀਪ ਦੈਟ ਫੈਕਟ ਇਨ ਟੂ ਮਾਈਂਡ, ਦੈਨ ਸਾਡੇ ਨਾਲ ਜੋ ਵੀ ਅੱਜ ਕੁਝ ਹੋ ਰਿਹਾ ਹੈ, it is all because of our own past actions. There is nobody else to blame for it. A blame game, ਦੂਜਿਆਂ ਦੇ ਇਲਜ਼ਾਮ ਲਗਾਉਣਾ, ਗੁੱਸਾ ਕਰਨਾ, ਆਪਣੇ ਆਪ ਨੂੰ ਗਿਲਟੀ ਫੀਲ ਕਰਨਾ, ਇਹ ਸਾਰੀ ਫੀਲਿੰਗ ਨਿਕਲ ਜਾਂਦੀਆਂ ਨੇ once we realize these concepts very deeply in the back of our brain. ਤੇ ਫਿਰ ਅਸੀਂ ਇਹ ਵੀ ਗੱਲ ਕੀਤੀ ਕਿ ਅਸੀਂ ਆਪਣਾ ਕਰਮ ਕਰਨ ਲੱਗਿਆ, ਅਸੀਂ ਹਰ ਸੋਚ ਦੇ ਨਾਲ ਸਾਡੀ ਕਰਮ ਸਿਰਫ ਇਜ਼ ਨਾਟ ਜਸਟ ਜੋ ਚੀਜ਼ ਕੰਮ ਅਸੀਂ ਆਪਣੇ ਹੱਥ ਨਾਲ ਕਰਨੇ ਆ, ਸਾਡੀ ਸੋਚ ਵੀ ਕਰਮ ਹੈਗੀ ਹੈ। ਇਨਫੈਕਟ ਸਾਡੀ ਸੋਚ ਸਭ ਤੋਂ ਵੱਡਾ ਕਰਮ ਹੈ, ਤੇ ਅਸੀਂ ਆਪਣੀ ਸੋਚ ਨੂੰ, ਆਪਣੇ ਵਰਡਸ ਨੂੰ, ਆਪਣੇ ਐਕਸ਼ਨਾਂ ਨੂੰ ਅਲਾਈਨ ਕਰਕੇ ਅਸੀਂ ਹਰ ਕੰਮ ਕਰੀਏ, ਤਾਂ ਅਸੀਂ ਆਪਣੀ ਕਿਸਮਤ ਆਪ ਬਣਾਉਂਦੇ ਹਾਂ। ਤੇ ਫਿਰ ਕੱਲ ਦੀ ਕਲਾਸ ਵਿੱਚ ਅਸੀਂ ਗੱਲ ਕੀਤੀ ਸੀ ਕਿ ਸਪਿਰਿਚੁਅਲ ਪਾਵਰ ਦੇ ਬਾਰੇ, ਜਿਵੇਂ ਫਿਜ਼ੀਕਲ ਪਾਵਰ ਹੁੰਦੀ ਹੈ ਜਿਹੜੀ ਆਪਣੇ ਹੱਥਾਂ ਨਾਲ ਚੱਕਦੇ ਹਾਂ, ਆਪਣੀ ਬੋਡੀ ਨਾਲ ਚੱਕ ਸਕਦੇ ਹਾਂ ਆਪਣੇ ਸਮਾਨ ਨੂੰ, ਅਸੀਂ ਆਪਣੇ ਹੱਥਾਂ ਤੇ, ਦੈਟ ਇਜ਼ ਫਿਜ਼ੀਕਲ ਪਾਵਰ। ਬਟ ਸਿਮਿਲਰਲੀ ਇਹ ਹੁੰਦੀ ਹੈ ਆਤਮਿਕ ਸ਼ਕਤੀ, ਸਪਿਰਿਚੁਅਲ ਪਾਵਰ, ਕਿ ਸਾਡੀ ਆਤਮਾ ਕਿੰਨੀ ਸਟਰੋਂਗ ਹੈਗੀ ਹੈ, ਹਾਊ ਮਚ ਮੈਂਟਲੀ ਫਿਜ਼ੀਕਲ ਗਰਾਊਂਡਡ ਆਰ ਵੀ, ਕਿ ਸਾਡੀ ਲਾਈਫ ਵਿੱਚ ਕੋਈ ਪ੍ਰੋਬਲਮ ਆਵੇ ਅਸੀਂ ਉਹਨੂੰ ਡੀਲ ਕਰ ਸਕੀਏ। ਕੋਈ ਵੀ ਸਿਚੁਏਸ਼ਨ ਆਏ, ਕੋਈ ਵੀ ਤੂਫਾਨ ਆਏ, ਕੋਈ ਵੀ ਆਏ ਸਾਡੀ ਲਾਈਫ ਦੇ ਵਿੱਚ, ਅਸੀਂ ਉਹਨੂੰ ਕਿਸ ਤਰੀਕੇ ਨਾਲ ਰਿਸਪੌਂਡ ਕਰੀਏ। ਅਸੀਂ ਆਪਣੇ ਆਪ ਨੂੰ ਆਤਮਾ ਸਮਝ ਕੇ ਪਰਮਾਤਮਾ ਕਨੈਕਟ ਕਰਕੇ ਹਰ ਸਿਚੁਏਸ਼ਨ ਦੇ ਵਿੱਚ, ਨੋ ਮੈਟਰ ਵਾਟ ਦ ਸਿਚੁਏਸ਼ਨ ਇਜ਼, ਅਸੀਂ ਉਸ ਚੀਜ਼ ਨੂੰ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਹਮੇਸ਼ਾ ਹਰ ਸਟੈਪ ਤੇ ਅਸੀਂ ਰਿਸਪੌਂਡ ਕਰ ਸਕਦੇ ਹਾਂ, once we are in our own spiritual state of mind. So with that, let's do a brief round of meditation for a few minutes before ਅਸੀਂ ਅੱਜ ਦੀ ਕਲਾਸ ਨੂੰ ਸ਼ੁਰੂ ਕਰੀਏ। ਰੱਖੇ
रखणहार आप उबारे अन, रखे रखणहार आप उबारे अन, गुर की पैरी पाए काज सवारे अन, गुर की पैरी पाए काज सवारे अन। परमात्मा साडी आत्मा दी रखिया करदा है। अपने हत्थां नाल, अपने दिल नाल परमात्मा सानू हमेशा अपने गले नाल लगा के रखदा। गुर की पैरी पाए काज सवारियन। जे असी परमात्मा दे अगे अपने आप नू समर्पित कर दईए तां परमात्मा साडे सारे काम सवार दिंदा है। देखते हैं कि असी अपने आप नू समर्पित किवें करिए परमात्मा दे अगे। सिमरो सिमर सिमर सुख पावो, सिमरो सिमर सिमर सुख पावो, कल कलेस तन माहे मिटावो, कल कलेस तन माहे मिटावो। परमात्मा दा नाम सिमर के सानू सुख, शांति, प्यार, पवित्रता, खुशी, आनंद, ज्ञान मिलदा। कल कलेस तन माहे मिटावो। साडे जिन्ने पाप किते ने असी आत्मा ने पुराने, परमात्मा दा नाम सिमर के वो सारे पाप खत्म हो जाते हैं। जिवें असी कोई मूवी देखण जाइए ते मूवी नू असी इंटरवल दे बाद शुरू किया, तां सानू समझ नहीं आंदा कि मूवी विच की हो रहा है। असी सिर्फ इंटरवल दे बाद दी 10 मिनट दी मूवी देखी 3 घंटे विचों साडे मन विच बड़े सवाल होंदे ने कि की हो रहा मूवी दे विच, इंज क्यों होया, इस एक्टर ने इंज क्यों बोलिया।
ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਸਾਨੂੰ ਪੂਰੀ 3 ਘੰਟੇ ਦੀ ਮੂਵੀ ਦੇਖਣੀ ਹੁੰਦੀ ਹੈ। ਤਾਂ ਸਾਨੂੰ ਸਮਝ ਆਉਂਦਾ ਕਿ ਮੂਵੀ ਵਿੱਚ ਪੂਰੀ ਸਟੋਰੀ ਲਾਈਨ ਕੀ ਹੈ। ਉਵੇਂ ਹੀ ਅਸੀਂ ਆਪਣੀ ਆਤਮਾ ਦੀ ਜਰਨੀ ਨੂੰ ਦੇਖਿਆ। ਅਸੀਂ ਆਤਮਾ ਅਜਰ ਅਮਰ ਅਵਿਨਾਸ਼ੀ ਹਾਂ। ਅਸੀਂ ਇੱਕ ਸਰੀਰ ਛੱਡਦੇ ਤੇ ਦੂਜਾ ਸਰੀਰ ਲੈਂਦੇ। ਕਰਮੀ ਆਵੇ ਕੱਪੜਾ, ਇਹ ਸਰੀਰ ਰੂਪੀ ਕੱਪੜਾ ਜਿਹੜਾ ਸਾਨੂੰ ਮਿਲਿਆ ਹੋਇਆ ਹੈ, ਇਹਨੂੰ ਅਸੀਂ ਚੋਲੇ ਵਾਂਗ ਬਦਲਦੇ ਹਾਂ। ਕਿਉਂਕਿ ਅਸੀਂ ਸਿਰਫ ਐਸੇ ਜਨਮ ਦੇ ਉਹਨੂੰ ਦੇਖਿਆ, ਐਸੇ ਜਨਮ ਦੇ ਆਪਣੀ ਲਾਈਫ ਨੂੰ ਦੇਖਿਆ ਤੇ ਐਸੇ ਜਨਮ ਦੇ ਦੂਜੇ ਐਕਟਰਸ ਨੂੰ ਵੀ ਦੇਖਿਆ ਅਸੀਂ, ਤਾਂ ਸਾਡੇ ਮਨ ਵਿੱਚ ਬੜੇ ਸਵਾਲ ਉੱਠੇ ਕਿ ਇੰਜ ਦਾ ਕਿਉਂ, ਇਹ ਐਕਟਰ ਨੇ ਇੰਜ ਕਿਉਂ ਕੀਤਾ। ਮਗਰ ਹੁਣ ਇਸ ਰਾਜ ਯੋਗਾ ਮੈਡੀਟੇਸ਼ਨ ਦੇ ਗਿਆਨ ਦੇ ਨਾਲ ਸਾਨੂੰ ਆਪਣੀ ਆਤਮਾ ਦੀ ਪੂਰੀ ਜਰਨੀ ਦਿਖ ਗਈ ਕਿ ਕਿਵੇਂ ਅਸੀਂ ਆਤਮਾ ਇੱਕ ਸਰੀਰ ਛੱਡ ਕੇ ਦੂਜਾ ਸਰੀਰ ਲੈਂਦੇ ਹਾਂ ਤੇ ਕਿਵੇਂ ਅਸੀਂ ਆਪਣੇ ਕਰਮ ਕਰਕੇ ਆਪਣੀ ਕਿਸਮਤ ਆਪ ਹੀ ਲਿਖਦੇ ਹਾਂ। फिर सानू पूरा ज्ञान हो गया कि त्रिकालदर्शी आदि मध्य ते अंत तिन्ना कालां दा ज्ञान हो गया सानू। भूतकाल दा, अपने पास्ट दा, अपने प्रेजेंट दा ते अपने फ्यूचर दा भी। जद असीं अपने आप नू आत्मिक स्थिति विच समझिया ਤੇ ਦੂਜਿਆਂ ਨੂੰ ਵੀ ਆਤਮਾ ਦੇ ਰੂਪ ਵਿੱਚ ਦੇਖਿਆ ਤੇ ਰਿਅਲਾਈਜ਼ ਕੀਤਾ ਕਿ ਇਹ ਜਨਮ ਜੋ ਹੈਗਾ, ਇਸ ਜਨਮ ਵਿੱਚ ਸਿਰਫ ਜਸਟ ਲਾਈਕ ਕਿ ਅਸੀਂ 3 ਘੰਟੇ ਦੀ ਮੂਵੀ ਵਿੱਚੋਂ ਸਿਰਫ 10 ਮਿੰਟ ਦੀ ਮੂਵੀ ਦੇਖੀ ਵਿਚਕਾਰ। ਹੁਣ ਜਦ ਅਸੀਂ ਪੂਰੀ 84 ਜਨਮਾਂ ਦੀ ਆਪਣੀ ਪੂਰੀ ਆਤਮਾ ਦੀ ਜਰਨੀ ਦੇਖ ਲਈ ਤਾਂ ਸਾਨੂੰ ਪੂਰਾ ਗਿਆਨ ਹੋ ਗਿਆ। ਹੁਣ ਮਨ ਵਿੱਚ ਕੋਈ ਸਵਾਲ ਨਹੀਂ, ਕੋਈ ਸ਼ੱਕ ਨਹੀਂ, ਕੋਈ ਚਿੰਤਾਵਾਂ ਨਹੀਂ। ਕਿਉਂਕਿ ਮੈਂ ਆਤਮਾ ਅਜਰ ਅਮਰ ਅਵਿਨਾਸ਼ੀ ਹਾਂ। मैं अकाल मूरत आत्मा, ना अग मैनू जला सकती है, ना पानी मैनू डुबो सकता है, ना तलवार मैनू कट सकती है। मैं अकाल मूरत आत्मा परमात्मा दी संतान, मैं सर्व गुणा नाल भरपूर हाँ। पवित्रता, शांति, शक्ति, खुशी, ज्ञान,
ਆਨੰਦ ਮੈਂ ਇਹਨਾਂ ਸਾਰੇ ਗੁਣਾਂ ਨਾਲ ਭਰਪੂਰ ਹਾਂ ਹੁਣ। With that, ਅਸੀਂ ਅੱਜ ਦਾ ਸੈਸ਼ਨ ਸ਼ੁਰੂ ਕਰਨੇ ਆ to talk a little bit more about the depth of some of the concepts. One concept that I wanted to talk about is ਕਿ ਜਿਵੇਂ ਅਸੀਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਹਮੇਸ਼ਾ ਪੰਜਾਬੀ ਵਿੱਚ ਸਾਰਿਆਂ ਨੂੰ ਬ੍ਰਹਮਾ ਕੁਮਾਰੀ ਵਿੱਚ ਅਸੀਂ ਓਮ ਸ਼ਾਂਤੀ ਬੁਲਾਉਂਦੇ ਆ। I want to tell that the meaning of the word Om Shanti and meaning of Sat Shri Akal. In fact, to be honest, ਬ੍ਰਹਮਾ ਕੁਮਾਰੀ ਆਉਣ ਤੋਂ ਪਹਿਲੇ ਮੈਨੂੰ ਸਤਿ ਸ਼੍ਰੀ ਅਕਾਲ ਦਾ ਮੀਨਿੰਗ ਨਹੀਂ ਪਤਾ ਸੀਗਾ ਕਿ ਉਹਦਾ ਮਤਲਬ ਕੀ ਹੁੰਦਾ। ਮੈਂ ਬੋਲਦਾ ਸੀਗਾ ਬਚਪਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਬਟ ਉਹਦਾ ਮਤਲਬ ਕੀ ਹੈ ਤੇ ਉਹਨੂੰ ਐਕਸਪੀਰੀਅੰਸ ਕਿਵੇਂ ਕੀਤਾ ਜਾਂਦਾ ਉਸ ਵਰਡ ਨੂੰ। That's what I learned after doing the Raj Yoga meditation. Om Shanti ਦਾ ਮਤਲਬ ਹੁੰਦਾ ਹੈ Om means I am a soul, ਮੈਂ ਆਤਮਾ ਹਾਂ, and Shanti means peaceful. ਤੇ ਓਮ ਸ਼ਾਂਤੀ ਦਾ ਮਤਲਬ ਹੈ ਕਿ I am a peaceful soul, ਮੈਂ ਸ਼ਾਂਤ ਸਰੂਪ ਆਤਮਾ ਹਾਂ, ਪਿਆਰ ਭਰੀ ਆਤਮਾ, ਖੁਸ਼ੀਆਂ ਭਰੀ ਆਤਮਾ, ਆਨੰਦ ਸਰੂਪ ਆਤਮਾ ਹਾਂ। ਸਤਿ ਸ਼੍ਰੀ ਅਕਾਲ ਦਾ ਮਤਲਬ ਹੁੰਦਾ ਹੈ ਸਤ means truth, eternal। ਕੀ what is the eternal truth? Eternal truth ਸਭ ਤੋਂ ਵੱਡਾ ਇਹੀ ਹੈਗਾ ਕਿ ਮੈਂ ਆਤਮਾ ਹਾਂ, point of light, ਤੇ ਪਰਮਾਤਮਾ ਵੀ point of light ਹੈ। That is the real truth. And Shri is referred to as the greatness of God. ਕਿ ਪਰਮਾਤਮਾ ਨੂੰ ਰੈਫਰ ਕੀਤਾ ਗਿਆ ਸਤਿ ਸ਼੍ਰੀ ਅਕਾਲ, ਸ਼੍ਰੀ ਕਰਕੇ। ਐਂਡ ਅਕਾਲ ਤੇ ਪਰਮਾਤਮਾ ਦਾ ਗੁਣ ਦੱਸਿਆ ਕਿ ਪਰਮਾਤਮਾ ਜੋ ਹੈ ਇਟਰਨਲ ਹੈ, ਅਕਾਲ ਹੈ। ਪਰਮਾਤਮਾ ਅਕਾਲ ਮੂਰਤ ਹੈ, ਕਾਲ ਪਰਮਾਤਮਾ ਨੂੰ ਖਾ ਨਹੀਂ ਸਕਦਾ। ਤੇ ਸਤਿ ਸ਼੍ਰੀ ਅਕਾਲ ਵਿੱਚ ਪਰਮਾਤਮਾ ਦੀ ਮਹਿਮਾ ਗਾਈ ਗਈ ਹੈ ਕਿ ਪਰਮਾਤਮਾ ਇਟਰਨਲ ਹੈ, ਪਰਮਾਤਮਾ ਸਰਵ ਸ਼ਕਤੀਮਾਨ ਹੈ। God is eternal and almighty, right? ਤੇ ਅਸੀਂ ਕਿਉਂਕਿ ਪਰਮਾਤਮਾ ਦੀ ਸੰਤਾਨ ਹਾਂ, ਅਸੀਂ ਕਹਿੰਦੇ ਹਾਂ ਤੁਮ ਮਾਤੁ ਪਿਤਾ ਹਮ ਬਾਲਕ ਤੇਰੇ। ਤੇ ਇਨਡਾਇਰੈਕਟਲੀ what this means is ਕਿ ਅਸੀਂ ਵੀ ਪਰਮਾਤਮਾ ਦੇ ਵਾਂਗ ਹੀ ਇਟਰਨਲ ਹਾਂ, ਅਸੀਂ ਵੀ ਅਕਾਲ ਮੂਰਤ ਆਤਮਾ ਹਾਂ। ਐਂਡ ਕਿਉਂਕਿ ਅਸੀਂ ਪਰਮਾਤਮਾ ਸਰਵ ਸ਼ਕਤੀਮਾਨ ਹੈ ਤੇ ਅਸੀਂ ਪਰਮਾਤਮਾ ਦੀ ਸੰਤਾਨ ਹਾਂ ਤੇ ਅਸੀਂ ਇਨਹੈਰਿਟ ਕਰਦੇ ਹਾਂ। ਚਾਈਲਡ ਇਨਹੈਰਿਟਸ all the property of the parents in the physical world. Similarly, ਸਾਡੇ ਅਸਲੀ ਇਟਰਨਲ ਪੇਰੈਂਟ ਜੋ ਹੈ ਸਾਡਾ ਪਰਮਪਿਤਾ ਪਰਮਾਤਮਾ ਕੋਲ ਇਹ ਸਾਰੇ ਸ਼ਕਤੀਆਂ, ਪਵਿੱਤਰਤਾ, ਸ਼ਾਂਤੀ, ਸ਼ਕਤੀ, ਪਿਆਰ, ਆਨੰਦ, ਖੁਸ਼ੀਆਂ, ਗਿਆਨ ਇਹ ਸਭ ਭਰਪੂਰ ਹੈ। ਤੇ ਚੂੰਕਿ ਅਸੀਂ ਪਰਮਾਤਮਾ ਦੀ ਸੰਤਾਨ ਹਾਂ ਤੇ ਅਸੀਂ ਵੀ ਇਹਨਾਂ ਸਾਰੇ ਗੁਣਾਂ ਨਾਲ ਭਰਪੂਰ ਹਾਂ। And that is almost similar thing as what Om Shanti is trying to say ਕਿ ਅਸੀਂ ਵੀ, ਮੈਂ ਵੀ ਇੱਕ ਆਤਮਾ ਹਾਂ ਤੇ ਮੈਂ ਉਸ ਸ਼ਾਂਤ ਸਰੂਪ, ਪਿਆਰ ਭਰੀ, ਖੁਸ਼ੀਆਂ ਭਰੀ ਆਤਮਾ ਹਾਂ। I mean, now that I understand the deeper meaning behind both these terms, I kind of feel the similarity between the two, and I feel ke how close they are and how it's all about it's not just ke muh to word bolna hai Om Shanti hai, muh to word bolna Sat Shri Akal. It's about experiencing these things, this feeling inside when we say these words. Brahma Kumari's the mission हैगा self transformation leads to world transformation. In fact, Brahma Kumaris, anytime anybody asks any question to anybody in Brahma Kumaris, there's always the answer is what about you, right? ਤੁਸੀਂ ਕੀ ਕੀਤਾ? What is in your control, right? It all says कि आपने आप ਨੂੰ ਬਦਲੋ, ਬਸ ਆਪਣੇ ਆਪ ਨੂੰ ਬਦਲਾਂਗੇ ਤਾਂ ਦੁਨੀਆ ਆਪੇ ਬਦਲ ਜਾਏਗੀ ਸਾਡੇ ਵਾਸਤੇ, right? Which is ਗੁਰਬਾਣੀ also says ਕਿ ਮਨ ਜੀਤਾ ਜਗਜੀਤ, ਕਿ ਜੇ ਅਸੀਂ ਆਪਣੇ ਮਨ ਨੂੰ ਜਿੱਤ ਲਈਏ ਤਾਂ ਅਸੀਂ ਪੂਰੀ ਦੁਨੀਆ ਨੂੰ ਜਿੱਤ ਲਿਆ। And that's how I feel that Brahma Kumari's the mission is so close to Gurbani. ਤੇ ਜਿਵੇਂ ਅਸੀਂ ਪਹਿਲੇ ਗੱਲ ਕੀਤੀ ਸੀਗੀ ਕਿ ਸਾਡੇ ਜੇ ਅਸੀਂ ਆਪਣੇ ਸਰੀਰ ਨੂੰ ਫਿਜ਼ੀਕਲੀ ਹੈਲਦੀ ਰੱਖਣਾ ਹੁੰਦਾ ਤੇ we know ਕਿ there are 3 key aspects ਕਿ ਅਸੀਂ ਆਪਣੀ ਨਿੰਦਰ ਚੰਗੀ ਰੱਖੀਏ, 6-8 ਘੰਟੇ ਸੋਈਏ ਮਿਨੀਮਮ, ਅਸੀਂ ਆਪਣੀ ਬਾਡੀ ਨੂੰ ਹੈਲਦੀ ਖਾਣਾ ਫੀਡ ਕਰੀਏ, ਫਰੂਟਸ, ਵੈਜੀਟੇਬਲਸ, ਹੈਲਦੀ ਡਾਈਟ, ਤੇ ਅਸੀਂ ਐਕਸਰਸਾਈਜ਼ ਕਰੀਏ, ਰਾਈਟ? some form of body movement ਜਿਹਦੇ ਨਾਲ ਸਾਡੀ body stretch ਹੁੰਦੀ ਰਹੇ, ਸਾਡੀ body ਨੂੰ ਚਲਦੀ ਰਹੇ એનર્ਜੀ, ਰਾਈਟ? Similarly, ਔਰ ਅਸੀਂ ਆਪਣੀ ਆਤਮਾ ਨੂੰ ਹੈਲਦੀ ਰੱਖਣਾ ਹੈ, ਉਹਦੇ ਵਾਸਤੇ ਵੀ ਬ੍ਰਹਮਾ ਕੁਮਾਰੀ ਸੇਜ਼ ਕਿ there are 4 key subjects ਜਿਹੜੇ ਸਾਨੂੰ ਆਪਣੀ ਆਤਮਾ ਨੂੰ ਹੈਲਦੀ ਰੱਖਣ ਵਾਸਤੇ ਕਰਨੇ ਹੁੰਦੇ ਨੇ। The equivalent of sleep is the meditation, the whole Raj Yoga meditation ਜੋ ਅਸੀਂ ਸਿੱਖ ਰਹੇ ਹਾਂ ਇਸ ਕੋਰਸ ਦੇ ਵਿੱਚ, that is the foundation for an equivalent of doing of the sleep in the physical world.
then there is exercise ਕਿ ਅਸੀਂ ਜਿੰਨਾ ਕੁਝ ਗਿਆਨ ਲੈ ਰਹੇ ਹਾਂ, ਜਿੰਨਾ ਕੁਝ ਸਿੱਖ ਰਹੇ ਹਾਂ ਇਸ ਮੈਡੀਟੇਸ਼ਨ ਦੇ ਕੋਰਸ ਤੋਂ, ਉਹਨੂੰ ਅਸੀਂ ਆਪਣੀ ਲਾਈਫ ਦੇ ਵਿੱਚ ਅਪਲਾਈ ਕਰੀਏ। ਕਿਉਂਕਿ ਇਹ ਗਿਆਨ ਸਿਰਫ ਸਿੱਖਣ ਵਾਸਤੇ ਨਹੀਂ ਹੈਗਾ ਕਿ ਅਸੀਂ ਸੁਣਿਆ ਇੱਕ ਕੰਨ ਤੋਂ ਦੂਜੇ ਕੰਨ ਤੋਂ ਦੂਜੇ ਕੰਨ ਤੋਂ ਕੱਢ ਦਿੱਤਾ ਬਾਹਰ, ਰਾਈਟ, ਜਾਂ ਸੁਣਿਆ ਤੇ ਕਿਸੇ ਹੋਰ ਨੂੰ ਜਾ ਕੇ ਸੁਣਾ ਦਿੱਤਾ ਅੱਗੇ। that's not the biggest thing. The biggest thing is to churn it, do a self reflection ਕਿ ਅਸੀਂ ਉਹਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰੀਏ, ਦੇਖੀਏ ਕਿ ਇਸ ਗਿਆਨ ਨੂੰ ਇੰਪਲੀਮੈਂਟ ਕਰਕੇ ਅਸੀਂ ਆਪਣੇ ਆਪ ਨੂੰ ਕਿਵੇਂ ਬਦਲ ਸਕਦੇ ਹਾਂ, ਅਸੀਂ ਆਪਣੀ ਆਤਮਾ ਨੂੰ ਕਿਵੇਂ ਪਵਿੱਤਰ ਬਣਾ ਸਕਦੇ ਹਾਂ, ਰਾਈਟ। And then seva means ਕਿ ਅਸੀਂ ਦੂਜਿਆਂ ਦੀ ਸੇਵਾ ਕਿਵੇਂ ਕਰਦੇ ਹਾਂ, how can we empower other souls around us, how can we make others reach closer to God, how can we make sure ਕਿ ਦੂਜਿਆਂ ਨੂੰ ਵੀ ਆਪਣਾ ਮੂਲ ਸਰੂਪ ਦੀ ਪਛਾਣ ਹੋ ਕਿ ਉਹ ਵੀ ਆਤਮਾ ਨੇ, and how can we help them connect to the divine. That's what seva is. And then last but not the least, the most critical part of this is the diet, right? ਜਿਵੇਂ ਫਿਜ਼ੀਕਲ ਵਰਲਡ ਵਿੱਚ ਅਸੀਂ ਆਪਣੇ ਬੋਡੀ ਨੂੰ ਹੈਲਦੀ ਖਾਣਾ ਜਿਵੇਂ ਦਾ ਖਾਣਾ ਫੀਡ ਕਰਦੇ ਹਾਂ, ਉਵੇਂ ਦੀ ਸਾਡੀ ਬੋਡੀ ਦੀ ਹੈਲਥ ਬਣ ਜਾਂਦੀ ਹੈ, ਰਾਈਟ। ਸਿਮਿਲਰਲੀ ਅਸੀਂ ਆਪਣੀ ਆਤਮਾ ਨੂੰ ਵੀ ਜੇ ਪੋਜ਼ਿਟਿਵ ਇਨਫੋਰਮੇਸ਼ਨ, ਪੋਜ਼ਿਟਿਵ ਰੀਡਿੰਗ ਫੀਡ ਕਰਾਂਗੇ ਅਸੀਂ ਆਪਣੀ ਆਤਮਾ ਨੂੰ, ਤਾਂ ਸਾਡੀ ਆਤਮਾ ਵੀ ਉਹ ਪੋਜ਼ਿਟਿਵ ਥਾਟਸ ਹੀ ਕ੍ਰੀਏਟ ਕਰੇਗੀ ਸਬਕੌਂਸ਼ੀਅਸਲੀ, ਰਾਈਟ। ਟੇਕ ਐਨ ਐਗਜ਼ਾਮਪਲ ਕਿ ਜੇ ਅਸੀਂ ਸੋਸ਼ਲ ਮੀਡੀਆ, ਨਿਊਜ਼, ਐਸੇ ਸਾਰੀ ਚੀਜ਼ਾਂ ਪੜ੍ਹਦੇ ਰਹਾਂਗੇ ਹਰ ਵੇਲੇ ਬੈਠ ਕੇ, ਇਹਨਾਂ ਵਿੱਚ ਭਰ ਕੇ ਨੈਗੇਟਿਵਿਟੀ ਹੈ, ਸੋਸ਼ਲ ਮੀਡੀਆ ਵਿੱਚ ਵੀ, ਨਿਊਜ਼ ਵਿੱਚ ਵੀ, ਰਾਈਟ। ਜੇ ਅਸੀਂ ਜਿੰਨਾ ਕੁਝ ਇਹ ਪੜ੍ਹਦੇ ਰਹਾਂਗੇ ਤੇ ਉਨਾ ਹੀ ਸਾਡੇ ਮਾਈਂਡ ਦੇ ਨੈਗੇਟਿਵਿਟੀ ਜਾਂਦੀ ਰਹੇਗੀ, right? But if I feed my mind with positive information and positive reading, especially proactively, then my mind will start creating positive thoughts in the back of the mind. Right? It doesn't mean ਕਿ ਅਸੀਂ ਨਿਊਜ਼ ਨਾ ਪੜ੍ਹੀਏ, ਸਾਨੂੰ ਅਵੇਅਰਨੈਸ ਨਾ ਹੋਵੇ ਕਿ ਆਸ ਪਾਸ ਕਰੰਟ ਅਫੇਅਰ ਕੀ ਚੱਲ ਰਿਹਾ ਦੁਨੀਆ ਵਿੱਚ, ਸਾਨੂੰ ਨਿਊਜ਼ ਦੀ ਖਬਰ ਨਾ ਹੋਵੇ। We should have awareness ਕਿ ਕੀ ਚੱਲ ਰਿਹਾ ਦੁਨੀਆ ਦੇ ਵਿੱਚ, how to be, guard ourselves and how to be aware of it. It's okay to be aware, but too much of it and पूरा too many articles पढ़ना और हर वेले social media ਤੇ ਜਾ ਕੇ ਇਹਨੇ ਕਿਸਨੇ ਕਿੰਨੂੰ ਕੀ ਕਿਹਾ, there are too much gossips and negative stuff happening all around. So we just have to be aware ke what is the minimum I need to read to be aware of the physical world, versus I'm just spending like 4 hours just reading and listening to news and social media, right? Versus I can invest that much time in reading positive spiritual text and feed positive information to my mind. And that is what today's session is all about. कैसे पॉजिटिव इन्फॉर्मेशन किਵੇਂ फीड कर सकते हैं अपने माइंड ਨੂੰ proactively, right? तो ब्रह्मा कुमारी जी ਇਹਨੂੰ ਕਹਿੰਦੇ ਨੇ ਮੁਰਲੀ। ਮੁਰਲੀ is like a direct version of God. ਪਰਮਾਤਮਾ ਤੋਂ ਬੋਲਿਆ ਗਿਆ ਗਿਆਨ ਹੈ। ਪਰਮਾਤਮਾ ਮੁਰਲੀ ਦੇ ਥਰੂ ਮੇਰੇ ਨਾਲ ਗੱਲ ਕਰ ਰਿਹਾ ਹੈ ਪਰਮਾਤਮਾ। ਜੇ ਅਸੀਂ ਇਸ ਸਮ੍ਰਿਤੀ ਨਾਲ ਸੁਣਾਂਗੇ ਮੁਰਲੀ ਨੂੰ, ਇਸ ਸਮ੍ਰਿਤੀ ਨਾਲ ਪੜਾਂਗੇ ਬੈਠ ਕੇ, ਤਾਂ ਸਾਨੂੰ ਅਨੁਭਵ ਹੋਏਗਾ ਕਿ ਪਰਮਾਤਮਾ ਇਸ ਮੁਰਲੀ ਦੇ ਗਿਆਨ ਦੇ ਨਾਲ ਮੈਨੂੰ ਕੁਝ ਕਹਿਣਾ ਚਾਹ ਰਿਹਾ ਹੈ ਪਰਮਾਤਮਾ। In Brahma Kumari, there is a fixed Murli every single day that everyone in the world reads the exact same Murli on that day, and then everybody does a self reflection of their own कि उन्होंने उस मुरली तो की सीखा, and how are they going to apply it in their own life, and then we all share with each other कि सानू कि ਅਸੀਂ ਕੀ ਸਿੱਖਿਆ ਤੇ ਅਸੀਂ ਉਹਨੂੰ ਕਿਵੇਂ ਅਪਲਾਈ ਕਰਾਂਗੇ ਆਪਣੀ ਲਾਈਫ ਦੇ ਵਿੱਚ। think of it like ਜਿਵੇਂ ਗੁਰੂ ਗ੍ਰੰਥ ਸਾਹਿਬ ਇਹ ਹੁਕਮਨਾਮਾ ਹੁੰਦਾ, ਰਾਈਟ, ਕਿ ਗੁਰਦੁਆਰੇ ਵਿੱਚ ਉਹ ਇੱਕ ਗੁਰੂ ਗ੍ਰੰਥ ਸਾਹਿਬ ਦੇ ਇੱਕ ਅਸੀਂ ਸਟੈਂਜ਼ਾ ਲੈਂਦੇ ਆ ਕੋਈ ਐਵਰੀ ਡੇ, ਜਿਹਦੇ ਵਿੱਚ ਜਿਹਨੂੰ ਅਸੀਂ ਹੁਕਮਨਾਮਾ ਕਹਿੰਦੇ ਆ, ਲਾਈਕ ਦ ਪਰਮਾਤਮਾ ਦਾ ਉਹ ਹੁਕਮ ਹੈਗਾ ਸਾਡੇ ਵਾਸਤੇ, ਐਂਡ ਵੀ ਟਰਾਈ ਟੂ ਫੋਲੋ ਇਟ। ਸੋ ਇਟ ਸੇਮ ਇਕੁਇਵਲੈਂਟ ਆਫ that is the Murli. This Murli, ਪਰਮਾਤਮਾ ਨੇ ਜਿਨ੍ਹਾਂ ਦੀ ਫੋਟੋ ਤੁਸੀਂ ਦੇਖ ਰਹੇ ਹੋ, ਇਹਨਾਂ ਨੂੰ ਅਸੀਂ ਬ੍ਰਹਮਾ ਬਾਬਾ ਕਹਿੰਦੇ ਆ। His original name was Dada Lek Raj. Around the age of 60 or so is when he started experiencing God inside him, and ਪਰਮਾਤਮਾ ਨੇ ਇਹਨਾਂ ਦੇ ਸਰੀਰ ਦਾ ਉਹ ਸਹਾਰਾ ਲੈ ਕੇ ਇਹਨਾਂ ਦੇ ਸਰੀਰ ਦੇ ਥਰੂ, ਕਿਉਂਕਿ ਪਰਮਾਤਮਾ ਦਾ ਆਪਣਾ ਸਰੀਰ ਨਹੀਂ ਹੈ ਕੋਈ, ਪਰਮਾਤਮਾ ਨਿਰਾਕਾਰ ਹੈ, ਤੇ ਪਰਮਾਤਮਾ ਨੇ ਦਾਦਾ ਲੇਖ ਰਾਜ ਜੀ, ਜਿਨ੍ਹਾਂ ਨੂੰ ਅਸੀਂ ਬ੍ਰਹਮਾ ਬਾਬਾ ਕਹਿੰਦੇ ਆ, ਉਹਨਾਂ ਦੇ ਸਰੀਰ ਦੇ ਵਿੱਚ ਆ ਕੇ ਬਾਬਾ ਨੇ ਪਰਮਾਤਮਾ ਨੇ ਸਾਰਾ ਗਿਆਨ ਸਾਨੂੰ ਦਿੱਤਾ। And everything that Brahma Baba spoke through his mouth, but these are all God's words that came out of his mouth. ਉਹਨਾਂ ਨੂੰ ਅਸੀਂ ਮੁਰਲੀ ਦੇ ਫਾਰਮ ਵਿੱਚ ਲਿਖਿਆ ਹੋਇਆ ਸੀ, ਅਸੀਂ ਸਾਰੇ ਮੁਰਲੀ ਦੇ ਫਾਰਮ ਵਿੱਚ ਪੜ੍ਹਦੇ ਹਾਂ ਇਹਨੂੰ every day, and that's how we try to understand ਕਿ ਪਰਮਾਤਮਾ ਸਾਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ।
ਤੇ ਮੁਰਲੀ ਦਾ ਮੁਰਲੀ ਇਜ਼ ਲਾਈਕ ਦ ਨਰਿਸ਼ਮੈਂਟ ਫॉर ਆਵਰ ਸੋਲ, ਸਾਡੇ ਆਤਮਾ ਦਾ ਨਰਿਸ਼ਮੈਂਟ ਹੈ ਮੁਰਲੀ। ਐਂਡ ਇਸ ਮੁਰਲੀ ਨੂੰ ਅਸੀਂ ਇਹ ਪਰਮਾਤਮਾ ਦਾ ਡਾਇਰੈਕਟ ਗਿਆਨ ਹੈ ਸਾਡੇ ਵਾਸਤੇ, ਰਾਈਟ। ਐਸੇ ਗਿਆਨ ਦੇ ਥਰੂ ਪਰਮਾਤਮਾ ਸਾਨੂੰ ਯੋਗ ਦਾ एकमात्र ਆਧਾਰ, ਪਰਮਾਤਮਾ ਇਸ ਟੈਲਿੰਗ ਅਸ ਕਿ ਅਸੀਂ ਪਰਮਾਤਮਾ ਨਾਲ ਕਨੈਕਟ ਕਿਵੇਂ ਹੋਈਏ। मुरली माध्यम है 84 जन्मों की का बहुत अच्छा बनने के, ਅਸੀਂ ਆਪਣੇ ਅਗਲੇ 84 ਜਨਮਾਂ ਦੀ ਆਪਣੀ ਲਾਈਫ ਨੂੰ ਕਿਵੇਂ ਅਸੀਂ ਸੁਧਾਰ ਸਕਦੇ ਹਾਂ ਬੈਠ ਕੇ, ਉਹ ਸਾਨੂੰ ਗਿਆਨ ਮਿਲਦਾ ਹੈ ਇਸ ਮੁਰਲੀ ਦੇ ਥਰੂ। मुरली हमारे अंतर मन से सभी परेशानों के प्रश्नों का जवाब है। मुरली पढ़ के सानू अपने मन ਦੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ, ਰਾਈਟ। ਸਾਨੂੰ ਕੋਈ ਓਪਨ ਕੁਐਸਚਨ ਨਹੀਂ ਰਹਿ ਜਾਂਦੇ ਸਾਡੇ ਮਨ ਵਿੱਚ ਉਹਦੇ ਮੁਰਲੀ ਪੜਨ ਦੇ ਬਾਅਦ। ਮੁਰਲੀ ਹਮੇ ਵੇਸਟ ਔਰ 네ਗੇਟਿਵ ਸੰਕਲਪੋਂ ਸੇ ਬਚਾਉਂਦੀ ਹੈ। ਮੁਰਲੀ ਪੜਨ ਦੇ ਨਾਲ ਸਾਡੇ ਮਨ ਦੇ ਜਿਹੜੇ ਵੇਸਟ ਥਾਟਸ ਨੇ ਉਹ ਚਲੇ ਜਾਂਦੇ ਨੇ। ਮੁਰਲੀ ਕਿਉਂਕਿ ਸਾਨੂੰ ਗਿਆਨ ਮਿਲਦਾ ਹੈ ਤੇ ਉਸ ਗਿਆਨ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ, ਅਵੇਅਰਨੈਸ ਰਹਿੰਦੀ ਹੈ ਕਿ ਕਿਹੜਾ ਕੰਮ ਸਹੀ ਹੈ ਤੇ ਕਿਹੜਾ ਕੰਮ ਗਲਤ ਹੈ, ਤੇ ਅਸੀਂ ਗਲਤ ਕੰਮ ਕਰਨ ਤੋਂ ਬਚ ਜਾਂਦੇ ਹਾਂ। ਮੁਰਲੀ ਪਾਪ कर्म करने से बचाती है हमें। एंड मुरली नए कार्मिक अकाउंट्स क्रिएट करने से बचाती है, राइट। ਸਾਨੂੰ ਮੁਰਲੀ ਨੇ ਦੱਸਿਆ ਕਿ ਪਰਮਾਤਮਾ ਨਾਲ ਕਿਵੇਂ ਕਨੈਕਟ ਕਰਨਾ ਹੈ, ਕਿਹੜਾ ਕੰਮ ਸਹੀ ਹੈ, ਕਿਹੜਾ ਕੰਮ ਗਲਤ ਹੈ, ਤੇ ਅਸੀਂ ਸਹੀ ਗਲਤ ਦੀ ਪਛਾਣ ਦੇ ਨਾਲ ਚੰਗੇ ਕੰਮ ਕਰਾਂਗੇ। ਪਰਮਾਤਮਾ ਕਨੈਕਟ ਕਰਕੇ ਅਸੀਂ ਆਪਣੇ ਪੁਰਾਣੇ ਕਾਰਮਿਕ ਅਕਾਊਂਟਸ ਨੂੰ ਡਿਲੀਟ ਕਰਾਂਗੇ, ਤੇ ਚੂੰਕਿ ਸਾਨੂੰ ਅਵੇਅਰਨੈਸ ਹੋਏਗੀ ਹੁਣ ਇਹਦੀ, ਤੇ ਅਸੀਂ ਨਵੇਂ ਕਾਰਮਿਕ ਅਕਾਊਂਟ ਨਹੀਂ ਕ੍ਰੀਏਟ ਕਰਾਂਗੇ ਫਿਰ। ਮੁਰਲੀ ਕੇ ਚਿੰਤਨ ਸੇ ਬੁੱਧੀ ਦਿਵੇ, ਸਾਡੀ ਬੁੱਧੀ ਮਨ ਦੀ ਸਾਡਾ ਇੰਟੈਲੈਕਟ ਤੇਜ ਹੁੰਦਾ, ਰਾਈਟ। ਐਂਡ ਮੁਰਲੀ ਸਾਡੇ ਹੀ 84 ਜਨਮਾਂ ਦੀ ਕਹਾਣੀ, ਕਿਸੇ ਹੋਰ ਦੀ ਕਹਾਣੀ ਨਹੀਂ ਹੈ। ਇਟ ਇਜ਼ ਸਾਡੀ ਆਤਮਾ ਦੇ ਸਾਡੇ ਹੀ 84 ਜਨਮਾਂ ਦੀ ਸਾਡੀ ਆਤਮਾ ਦੀ ਹੀ ਜਰਨੀ ਲਿਖੀ ਹੋਈ ਹੈ ਮੁਰਲੀ ਦੇ ਵਿੱਚ। ਮੁਰਲੀ ਆਤਮਾ और परमात्मा की कॉन्वर्सेशन है। इट्स अ डायरेक्ट कॉन्वर्सेशन बिटवीन मी एंड गॉड, एंड दैट्स हाउ ईच एंड एवरी वन ऑफ अस कनेक्ट्स आवरसेल्व्स विद डिवाइन, कि परमात्मा मुरली के थ्रू सानू कुछ कहने की कोशिश कर रहा है। मुरली पुराने संस्कारों को परिवर्तन करने का आधार है। ਸਾਡੇ ਆਪਣੇ ਹੀ ਪੁਰਾਣੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਾਡੇ ਅੰਦਰ ਜਿਹੜੇ ਵਿਕਾਰ ਨੇ, ਉਹਨਾਂ ਵਿਕਾਰਾਂ ਨੂੰ ਮਿਟਾਉਣ ਵਾਸਤੇ ਹੀ ਮੁਰਲੀ ਸਾਡੇ ਨਾਲ ਹੈ। ਮੁਰਲੀ ਰਿਸ਼ਤੋਂ में मिठास लाने का साधन है। ਮੁਰਲੀ ਨਾਲ ਸਾਨੂੰ ਜਦ ਗਿਆਨ ਮਿਲਦਾ, ਅਸੀਂ ਆਪਣੇ ਆਪ ਨੂੰ ਆਤਮਾ ਅਨੁਭਵ ਕਰਦੇ, ਦੂਜਿਆਂ ਨੂੰ ਆਤਮਾ ਅਨੁਭਵ ਕਰਦੇ, ਤੇ ਸਾਡੇ ਰਿਸ਼ਤੇ ਦੂਜਿਆਂ ਦੇ ਨਾਲ ਬੜੇ ਮਿੱਠੇ ਹੋ ਜਾਂਦੇ। ਮੁਰਲੀ ਆਤਮ ਉન્નਤੀ ਦਾ एकमात्र ਆਧਾਰ ਹੈ। ਆਪਣੀ ਆਤਮਾ ਨੂੰ ਐਮਪਾਵਰ ਕਰਨਾ, ਆਪਣੀ ਆਤਮਾ ਨੂੰ ਅੱਗੇ ਵਧਾਉਣ ਵਾਸਤੇ ਮੁਰਲੀ इज द सोर्स फॉर अस। मुरली तीनों लोकों और तीनों कालों का सत्य ज्ञान है। सर जिवें आदि मत अंत ਤਿੰਨਾਂ ਕਾਲ ਦਾ ਸਾਨੂੰ ਗਿਆਨ ਹੋ ਗਿਆ, ਪਾਸਟ ਪ੍ਰੈਜ਼ੈਂਟ ਐਂਡ ਫਿਊਚਰ, ਤੇ ਅਸੀਂ ਇਹ ਪੂਰੀ ਅਵੇਅਰਨੈਸ ਵਿੱਚ ਰਹਿੰਦੇ ਹਾਂ ਹੁਣ, ਰਾਈਟ। मुरली पढ़ाई के चारों सब्जेक्ट ज्ञान योग धारणा सेवा की स्टडी है। Brahma Kumaris was founded in 1937 by mentioned Brahma Baba, and now we have a presence in almost 130 countries with more than 8,500 centers, with the headquarters being located in Mount Abu in India. And this is a brief introduction to our own Brahma Kumari Silicon Valley Center. Our center is led by Sister Kusum Kejriwal. She is like a godmother for all of us. She has personally been practicing meditation since her own childhood. Surrendered sister ne, that means she has given up her life into this meditation and practicing this for the last 38 years. And she opened this Bay Area Silicon Valley Center 25 years back. She is an excellent teacher and a mentor, and personally being a godmother for me. The one who really, when you talk to her, you can feel that she is herself so deeply connected to God, right? ਉਹਨਾਂ ਦੀਦੀ ਨਾਲ ਗੱਲ ਕਰਕੇ ਇੰਜ ਲੱਗਦਾ ਹੈ ਕਿ she is a representative of God sent on this earth, and I feel personally blessed ਕਿ I personally got a chance to learn so much from Kusum Didi. ਸਾਡੇ ਸੈਂਟਰ ਦੇ ਵਿੱਚ ਇਨ ਪਰਸਨ ਮੁਰਲੀ ਹੁੰਦੀ ਹੈ twice a week. ਮੈਡੀਟੇਸ਼ਨ ਮੁਰਲੀ ਦੋਨੋਂ ਸੰਡੇ ਮਾਰਨਿੰਗ, ਅੱਜ ਸਵੇਰੇ ਸੀਗੀ, ਐਂਡ ਥਰਸਡੇ ਈਵਨਿੰਗ ਹੁੰਦੀ ਹੈ। ਮਿਲਪੀਟਾ ਤੇ ਸਾਡਾ ਸੈਂਟਰ ਹੈਗਾ 540 ਸਾਊਥ ਏਵਲ ਸਟਰੀਟ ਤੇ। ਜੇ ਤੁਸੀਂ ਇਨ ਪਰਸਨ ਆਣਾ ਚਾਹੁੰਦੇ ਹੋ ਤੇ please send an email to Kusum Didi. Her email address is written here, bkmilpita@gmail.com. I think chat ਤੇ ਟਾਈਪ ਹੋ ਕਰ ਦੇਣਗੇ ਤੁਹਾਨੂੰ। ਤੁਸੀਂ you can take a screenshot of this, or you can send me an email later and we can
send you again, but I strongly do recommend everyone कि तुसी center ਵਿੱਚ आओ, in person meditation और मुरली का experience करो अपने आप, then it is a very, very different, feeling to experience meditation in a group. ਤੇ every twice a week ਸਾਡੀ in person ਹੁੰਦੀ ਹੈ classes meditation and murli, but every day we have online meditation and online murli, right? Twice a day ਅਸੀਂ online ਸਵੇਰੇ 4 ਵਜੇ group ਵਿੱਚ ਜਾ ਕੇ ਅਸੀਂ meditation ਕਰਨੇ ਆ ਇਕੱਠੇ, ਸ਼ਾਮੀ 7:30 ਵਜੇ ਅਸੀਂ ਫਿਰ group ਵਿੱਚ meditation ਕਰਨੇ ਆ, ਸਵੇਰੇ ਅਸੀਂ 7 ਵਜੇ ਮੁਰਲੀ ਪੜ੍ਹਨੇ ਆ ਇਕੱਠੇ, ਰਾਤੀ 8 ਵਜੇ ਅਸੀਂ ਫਿਰ ਸੌਣ ਤੋਂ ਪਹਿਲੇ group ਵਿੱਚ ਮੁਰਲੀ ਪੜ੍ਹਨੇ ਆ online, ਤੇ ਜੇ ਤੁਸੀਂ online ਅਸੀਂ zoom ਤੇ ਹੁੰਦੀਆਂ ਸਾਡੀ classes, ਤੁਸੀਂ ਕੁਸਮ ਦੀਦੀ ਨੂੰ email ਕਰ ਦਿਓ bkmilipitas@gmail.com and she'll send you the link to the Zoom and everything so that you can learn how to connect to the Zoom ID and everything. Okay. In the next few minutes, let's spend some time together to read the today's Murli. One briefly thing I wanted to mention to you about my own experience reading Murli. Coming from the Punjabi background, it was very hard for me to start reading Murli or understand Murli personally. मैं personally Guru Granth Sahib पढ़ता ਹੁੰਦਾ ਸੀ हमेशा, in fact आज भी पढ़ना हूँ भी, but I was too much deeply engrossed in reading Guru Granth Sahib, and I thought I don't have time to read anything else. But जिन्ना मैं Guru Granth Sahib पढ़ता ਸੀਗਾ, I realized कि मैं पढ़दा ना but ਮੈਨੂੰ ਉਹਦਾ ਮਤਲਬ ਨਹੀਂ ਸਮਝ ਆ ਰਿਹਾ ਕਿ ਉਹਦਾ ਗੁਰਬਾਣੀ ਵਿੱਚ ਕੀ ਲਿਖਿਆ ਹੈ, ਵਾਹਿਗੁਰੂ ਕੀ ਕਹਿਣਾ ਚਾਹ ਰਹੇ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਥਰੂ। ਮੈਂ ਪੜ੍ਹਦਾ ਹੁੰਦਾ ਸੀ ਘੰਟਾ ਪੜ੍ਹਦਾ ਸੀ ਰੋਜ਼ ਬਹਿ ਕੇ, ਬਟ ਮੈਨੂੰ ਉਹਦਾ ਮੀਨਿੰਗ ਨਹੀਂ ਸਮਝ ਆਉਂਦਾ ਸੀ ਕਦੇ ਵੀ ਕਿ ਇਹਦਾ ਮਤਲਬ ਕੀ ਹੈ, ਹਾਊ ਡੂ ਆਈ ਅਪਲਾਈ ਇਟ ਇਨ ਮਾਈ ਡੇ ਟੂ ਡੇ ਲਾਈਫ, ਵਾਟ ਡੂ ਆਈ ਡੂ ਵਿਦ ਇਟ, ਹਾਊ ਡੂ ਆਈ ਮੇਰੇ ਅੰਦਰ ਦੀ ਸ਼ਾਂਤੀ, ਗੁੱਸਾ ਮੇਰੇ ਅੰਦਰ ਦਾ ਉਹ ਕਿਵੇਂ ਮਿਲੇਗੀ ਮੈਨੂੰ ਮਨ ਦੀ ਸ਼ਾਂਤੀ। I was not able to get that. And then gradually when I started attending Murli classes and practicing Brahma Kumari's meditation, I actually realized that what Murli was trying to say was actually a meaning of what Guru Granth Sahib was also trying to say, right? So I personally consider Murli as there is no difference between what Murli is saying and what Guru Granth Sahib says. They both are trying to say the exact same thing, just that the way to explain that concept is a little different. Murli tries to explain it a little bit in an easier, in a more friendly way, more human friendly, that common man can understand a little bit easily. And then on top of it, in Brahma Kumaris, there are lots of experienced souls who have been practicing this for years, and they have created one level higher version as well, easier version, that for newbies like me, when I was new to Brahma Kumaris, I attended a lots of those webinars and self-development courses, which are all taken from Murli, but other souls who had been practicing Raj Yoga meditation and Murli for a long time, they are the ones who created a simpler version on how to apply them into day-to-day life. So reading by listening to all of that, I was able to personally connect with a little bit more ke the matlab ki hega. And then gradually, to be honest, at some point I reached the phase where जो मैं सवेरे मुरली सुनिया बैठ के मैं दोपहर ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਤੇ exact same ਚੀਜ਼ ਆਈ, someday exact same thing। ਅੱਜ ਮੁਰਲੀ ਵਿੱਚ ਕਲਾਸ ਵਿੱਚ ਦੀਦੀ ਨੇ ਬੋਲਿਆ ਸੀਗਾ ਅੱਜ ਗੁਰੂ ਗ੍ਰੰਥ ਸਾਹਿਬ ਇਹ ਲਾਈਨ ਲਿਖੀ ਹੋਈ ਹੈ, ਤੇ ਮੈਨੂੰ gradually I reached the phase where I realized ਕਿ Murli is really not anything different at all. It is just a way of explanation of Guru Granth Sahib. The terms are not used in the way I speak with the Gurwani Shabad mein bolna, those exact Shabads are not used in Murli, but the way I was able to understand the meaning of Guru Granth Sahib by reading Murli, I built a deeper connection with Murli, that okay, it is a way for Vaheguru to tell me ke Guru Granth Sahib vich ki likhya hai, oda matlab ki hai, and how do I connect myself with divine. So without further ado, let's spend a few minutes reading today's Murli. Murli is all available online for free. You can go to this website madhubanmurli.org, and say har languages hai Murli, including Punjabi. I'll briefly read about today's Murli here, which we read at our center today morning. सफलता प्राप्त करने का साधन है, सब कुछ सफल करो। What this is trying to say is कि जे ਅਸੀਂ ਆਪਣੇ ਆਪ ਨੂੰ ਸਫਲਤਾ ਪ੍ਰਾਪਤ ਕਰਨ ਦਾ, ਜੇ ਅਸੀਂ if we want to be successful in life, right, ਸਭ ਕੁਝ ਸਾਨੂੰ ਲਾਈਫ ਦੇ ਸਕਸੈਸ ਪਾਉਣ ਦਾ ਕੀ ਸਾਧਨ ਹੈਗਾ, that is ਕਿ ਅਸੀਂ ਸਭ ਕੁਝ ਸਫਲ ਕਰੋ। ਸਭ ਕੁਝ ਸਫਲ ਕਰੋ means what? ਸਾਡੇ ਕੋਲ ਕੀ ਹੈਗਾ, right? ਸਾਡੇ ਕੋਲ ਆਪਣੀ ਥਾਟਸ ਹੈਗੀਆਂ ਨੇ, right? ਅਸੀਂ ਆਪਣੇ ਥਾਟਸ ਨੂੰ ਸਫਲ ਕਰੀਏ। ਥਾਟਸ ਨੂੰ ਕਿਵੇਂ ਸਫਲ ਕਰ ਸਕਦੇ ਹਾਂ? ਅਸੀਂ ਚੰਗਾ ਸੋਚ ਕੇ, ਆਪਣੇ ਨੈਗੇਟਿਵ ਥਾਟਸ ਨੂੰ ਬਾਹਰ ਕੱਢ ਕੇ, ਆਪਣੇ ਨੈਗੇਟਿਵ ਥਾਟਸ ਨੂੰ ਪੋਜ਼ਿਟਿਵ ਥਾਟਸ ਨਾਲ ਰਿਪਲੇਸ ਕਰਕੇ
ਅਸੀਂ ਆਪਣੇ ਥਾਟਸ ਨੂੰ ਸਫਲ ਕਰ ਸਕਦੇ ਹਾਂ, ਰਾਈਟ। ਅਸੀਂ ਆਪਣੇ ਕਰਮ ਨੂੰ ਉਹ ਕਰ ਸਕਦੇ ਹਾਂ, ਆਪਣੇ ਐਕਸ਼ਨਸ ਨੂੰ, ਆਪਣੇ ਥਾਟਸ ਨੂੰ ਅਸੀਂ ਕਰ ਲਿਆ, ਪਿਓਰ ਕਰ ਲਿਆ, ਉਹਦੇ ਬਾਅਦ ਅਸੀਂ ਆਪਣੇ ਵਰਡਸ ਔਰ ਐਕਸ਼ਨਸ ਨੂੰ ਸਫਲ ਕਰ ਸਕਦੇ ਹਾਂ, ਪਿਓਰੀਫਾਈ ਕਰ ਸਕਦੇ ਹਾਂ, ਰਾਈਟ। ਅਸੀਂ ਆਪਣੇ ਆਪਣੇ ਸਰੀਰ ਨੂੰ ਉਹ ਕਰ ਸਕਦੇ ਹਾਂ, ਵੀ ਕੈਨ ਯੂਜ਼ ਆਵਰ ਬੋਡੀ ਫॉर ਪੋਜ਼ਿਟਿਵ ਥਿੰਗਸ ਐਂਡ ਫॉर ਦ ਵੈਲ ਬੀਇੰਗ ਆਫ ਬੋਥ ਮਾਈ ਓਨ ਸੈਲਫ ਐਂਡ ਅਦਰਸ, ਰਾਈਟ। ਉਹਦੇ ਨਾਲ ਅਸੀਂ ਆਪਣੇ ਸਰੀਰ ਨੂੰ ਸਫਲ ਕਰਨਾ ਕਹਿੰਦੇ ਆ ਉਹਦੇ। ਐਂਡ ਦੈਨ ਸਿਮਿਲਰਲੀ ਅਸੀਂ ਵੀ ਕੈਨ ਲੁੱਕ ਐਟ ਕਿ ਅਸੀਂ ਹੋਰ ਕਿਹੜੀ ਚੀਜ਼ਾਂ ਤੋਂ ਆਪਣੇ ਆਪ ਨੂੰ ਸਫਲ ਕਰਨਾ ਹੈ, ਰਾਈਟ। ਅਸੀਂ ਆਪਣੇ ਵਰਚੂਜ਼ ਨੂੰ, ਆਪਣੇ ਗੁਣਾਂ ਨੂੰ ਅਸੀਂ ਵਧਾਈਏ, ਆਪਣੇ ਪਵਿੱਤਰਤਾ, ਸ਼ਾਂਤੀ, ਸ਼ਕਤੀ, ਪਿਆਰ, ਇਹਨਾਂ ਸਾਰੇ ਗੁਣਾਂ ਨੂੰ ਆਪਣੇ ਅੰਦਰ ਉਹ ਭਰੀਏ ਅਸੀਂ। ਤੇ ਟੇਕ ਐਨ ਐਗਜ਼ਾਮਪਲ ਕਿ ਅਸੀਂ ਨੇਚਰ ਤੋਂ ਇੰਨਾ ਕੁਝ ਲੈਂਦੇ ਹਾਂ, ਰਾਈਟ। ਨੇਚਰ ਤੋਂ ਅਸੀਂ ਫਰੈਸ਼ 에ਅਰ ਬਰੀਥ ਕਰਦੇ ਹਾਂ, ਫਿਰ sunlight ਲੈਂਦੇ ਹਾਂ, ਇੰਨਾ ਕੁਝ ਲੈਂਦੇ ਹਾਂ। In fact, COVID taught us one of the big lessons ਕਿ let's not even take the air that we breathe in for granted, right? ਕਿਉਂਕਿ you never know ਕਿ tomorrow the fresh air may not even be available to me to breathe and to live my life, right? ਤੇ ਅਸੀਂ ਜਿਵੇਂ ਨੇਚਰ ਦੇ ਨਾਲ ਬਿਹੇਵ ਕਰਦੇ ਹਾਂ, that is also about ਕਿ ਮੈਂ ਅਸੀਂ ਕਿਵੇਂ ਸਫਲ ਕਰ ਰਹੇ ਹਾਂ। ਜੇ ਮੈਂ ਨੇਚਰ ਨੂੰ ਮਿਸਯੂਜ਼ ਕਰਾਂਗਾ, ਮੈਂ ਪਲਾਂਟਸ ਨੂੰ ਉਗਾਉਣ ਦੀ ਬਜਾਏ ਮੈਂ ਪਲਾਂਟ ਨੂੰ ਕੱਟਾਂਗਾ ਬੈਠ ਕੇ, ਜਾਂ ਜਿਵੇਂ ਪਾਣੀ ਆ ਜੇ ਮੈਨੂੰ ਕੋਈ ਬਿੱਲ ਨਹੀਂ ਪੈ ਰਿਹਾ ਉਸ ਪਾਣੀ ਦਾ, ਮੈਂ ਪਾਣੀ ਨੂੰ ਵੇਸਟ ਕਰਦਾ ਰਵਾਂਗਾ, ਜਾਂ ਮੈਨੂੰ ਇਲੈਕਟ੍ਰਿਸਿਟੀ ਮੈਨੂੰ ਕੋਈ ਤੇ ਫਿਕਸ ਕਾਸਟ ਦੇਣੀ ਇਲੈਕਟ੍ਰਿਸਿਟੀ, ਮੈਂ ਕਿਉਂ ਲਾਈਟ ਆਫ ਕਰਾਂ, ਮੈਨੂੰ ਕੀ ਫਰਕ ਪੈਂਦਾ, ਰਾਈਟ। ਇਫ ਆਈ ਮਿਸਯੂਜ਼ ਐਨੀਥਿੰਗ, ਜਿਹੜੀ ਚੀਜ਼ ਨੂੰ ਮੈਂ ਮਿਸਯੂਜ਼ ਕਰਾਂਗਾ ਉਹ ਚੀਜ਼ ਮੇਰੇ ਹੱਥੋਂ ਜਾਏਗੀ, ਰਾਈਟ। ਜਿਵੇਂ ਜੇ ਪਾਣੀ ਦਾ ਮਿਸਯੂਜ਼ ਕਰਾਂਗਾ ਤੇ ਮੈਨੂੰ ਜਿਸ ਵੇਲੇ ਪਿਆਸ ਲੱਗੇਗੀ ਮੈਨੂੰ ਉਸ ਵੇਲੇ ਪਾਣੀ ਪੀਣ ਨੂੰ ਨਹੀਂ ਮਿਲੇਗਾ, ਰਾਈਟ। ਜੇ ਮੇਰੇ ਅੰਦਰ ਕੋਈ ਟੈਲੈਂਟ ਹੈਗਾ, ਕੋਈ ਮੈਨੂੰ ਰੱਬ ਨੇ ਕੋਈ ਉਹ ਦਿੱਤਾ ਹੈ, ਸਕਿੱਲ ਸੈਟ ਦਿੱਤਾ ਮੇਰੇ ਅੰਦਰ, ਤੇ ਮੈਂ ਉਸ ਸਕਿੱਲ ਸੈਟ ਨੂੰ ਕੁਝ ਚੰਗੇ ਪਾਸੇ ਲਗਾਵਾਂ। ਉਸ ਸਕਿੱਲ ਸੈਟ ਨੂੰ ਮੈਂ ਕਿਸੇ ਵੰਡਾਂ ਦੂਜੇ ਦੇ ਨਾਲ, ਉਸ ਸਕਿੱਲ ਸੈਟ ਦੇ ਨਾਲ ਦੂਜੀਆਂ ਆਤਮਾਵਾਂ ਨੂੰ ਮੈਂ ਉੱਤੇ ਉਠਾਵਾਂ ਉਹਨਾਂ ਦੇ ਨਾਲ। ਦੈਟ ਇਜ਼ ਵਾਟ ਇਟ ਮੀਨਸ ਕਿ ਮੈਂ ਸਭ ਕੁਝ ਸਫਲ ਕਰਾਂ, ਰਾਈਟ। ਜੋ ਕੁਝ ਮੈਨੂੰ ਪਰਮਾਤਮਾ ਨੇ ਦਿੱਤਾ, ਮੈਂ ਹਰ ਚੀਜ਼ ਨੂੰ ਇੱਕ ਵਰਥਵਾਈਲ ਰੂਪ ਵਿੱਚ ਯੂਜ਼ ਕਰਾਂ, ਰਾਈਟ। ਆਪਣੇ ਟਾਈਮ ਨੂੰ ਵੀ, ਟਾਈਮ ਇਜ਼ ਮਨੀ, ਰਾਈਟ। ਟਾਈਮ ਇਜ਼ ਪ੍ਰੈਸ਼ੀਅਸ। ਤੇ ਆਪਣੇ ਟਾਈਮ ਨੂੰ ਗਵਾਉਣ ਦੀ ਬਜਾਏ ਆਪਣੇ ਟਾਈਮ ਨੂੰ ਕਿਸੇ ਗਲਤ ਕੰਮ ਤੇ ਵੇਸਟ ਥਾਟਸ ਜਾਂ ਗੱਪਾਂ ਮਾਰਨੀਆਂ, ਇੱਥੇ ਉੱਥੇ ਦੀਆਂ ਗੱਲਾਂ ਕਰਨੀਆਂ, ਵੇਅਰਥ ਥਾਟਸ ਤੇ ਲਗਾਉਣ ਦੀ ਬਜਾਏ ਮੈਂ ਆਪਣੇ ਟਾਈਮ ਨੂੰ ਕਿਸੇ ਚੰਗੇ ਕੰਮ ਵਾਸਤੇ ਲਗਾਵਾਂ, ਆਪਣੇ ਆਪ ਨੂੰ, ਆਪਣੀ ਸੈਲਫ ਪ੍ਰੋਗਰੈਸ ਵਾਸਤੇ, ਆਪਣੀ ਆਤਮਾ ਦੀ ਉન્નਤੀ ਵਾਸਤੇ, ਤੇ ਦੂਜੀਆਂ ਆਤਮਾਵਾਂ ਨੂੰ ਉੱਤੇ ਉਠਾ ਕੇ ਉਹਨਾਂ ਨੂੰ ਗਿਆਨ ਦੇ ਕੇ, ਉਹਨਾਂ ਨੂੰ ਸਹਾਰਾ ਦੇ ਕੇ, ਉਹਨਾਂ ਨੂੰ ਪਰਮਾਤਮਾ ਨਾਲ ਕਨੈਕਟ ਕਰਨ ਵਾਸਤੇ ਮੈਂ ਦੂਜੀਆਂ ਆਤਮਾਵਾਂ ਨੂੰ ਵੀ ਉੱਚੇ ਉਠਾਵਾਂ, ਰਾਈਟ। ਦੈਟ ਇਜ਼ ਹਾਊ ਅਸੀਂ ਆਪਣੇ ਆਪ ਨੂੰ ਸਫਲ ਕਰ ਸਕਦੇ ਹਾਂ, ਰਾਈਟ। ਤੇ ਜਿੰਨੇ ਅਸੀਂ ਇਹ ਕਰਮ ਕਰਨੇ ਆ ਬੈਠ ਕੇ, they are all like a spiritual insurance, right? ਅਸੀਂ physical insurance, life insurance, car insurance, home insurance ਲੈਣੇ ਆ ਸਾਰੀਆਂ, just so that ਕੁਝ ਨਾ ਕੁਝ ਹੋ ਜਾਏ ਤੇ ਸਾਡੀ ਲਾਈਫ ਇੰਸ਼ੋਰਡ ਰਹੇ, right? But the physical insurance is the temporary ਹੈਗੀਆਂ, right? They can only give us temporary things and there's no guarantee ਕਿ physical insurance ਸਾਨੂੰ ਮਿਲੇਗੀ ਨਹੀਂ ਮਿਲੇਗੀ when we really need it, right? But ਜਿਹੜੀ ਰੂਹਾਨੀ ਇੰਸ਼ੋਰੈਂਸ ਹੈ, ਜਿਹੜੀ ਪਰਮਾਤਮਾ ਨੇ ਸਾਨੂੰ ਜੋ ਇੰਸ਼ੋਰੈਂਸ ਦਿੱਤੀ ਹੈ ਬੈਠ ਕੇ, ਉਹ ਗਾਰੰਟੀਡ ਹੈ। ਪਰਮਾਤਮਾ ਕਦੇ ਬੈਂਕਰਪਸੀ ਨਹੀਂ ਫਾਈਲ ਕਰਦਾ। ਪਰਮਾਤਮਾ ਗਾਰੰਟੀ ਦਿੰਦਾ ਹੈ ਕਿ ਅਸੀਂ ਜੇ ਚੰਗੇ ਕਰਮ ਕਰਦੇ ਹਾਂ, ਸਾਨੂੰ ਚੰਗੇ ਕਰਮ ਦਾ ਫਲ ਮਿਲੇਗਾ ਹੀ ਮਿਲੇਗਾ, ਭਾਵੇਂ ਇਸ ਜਨਮ ਵਿੱਚ ਮਿਲੇ, ਭਾਵੇਂ ਅਗਲੇ ਜਨਮ ਵਿੱਚ ਮਿਲੇ। ਜੇ ਅਸੀਂ ਇਸ ਜਨਮ ਵਿੱਚ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜ ਲਿਆ, ਉਹਦੇ ਨਾਲ ਜਿਹੜੇ ਸਾਡੇ ਅੰਦਰ ਗੁਣ ਭਰੇ, ਪਵਿੱਤਰਤਾ ਆਈ, ਸ਼ਕਤੀ ਆਈ, ਸ਼ਾਂਤੀ ਆਈ ਸਾਡੇ ਅੰਦਰ, ਉਹ ਸਾਡੀ ਆਤਮਾ ਦੇ ਨਾਲ ਜਾਏਗੀ ਹੀ ਜਾਏਗੀ। ਦੈਟ ਇਜ਼ ਵਾਟ ਗੁਰਬਾਣੀ ਸੇਜ਼, ਆਪੇ ਬੀਜ ਆਪੇ ਹੀ ਖਾਓ। ਜਿਹੜਾ ਅਸੀਂ ਕਰਮ ਕਰਾਂਗੇ ਤੁਹਾਨੂੰ ਉਹੋ ਜਿਹਾ ਹੀ ਫਲ ਮਿਲੇਗਾ, ਰਾਈਟ। ਤੇ ਉਹ ਗਾਰੰਟੀਡ ਹੈ। ਜਿੰਨਾ ਅਸੀਂ ਚੰਗੇ ਕੰਮ ਕਰਾਂਗੇ, ਉਹ ਚੰਗੇ ਕੰਮ ਦਾ ਸਾਨੂੰ ਫਲ ਚੰਗਾ ਮਿਲਣਾ ਹੀ ਮਿਲਣਾ ਹੈ, no matter what, ਰਾਈਟ। ਤੇ ਅਸੀਂ ਆਪਣੇ ਆਪ ਨੂੰ ਵੀ ਉੱਤੇ ਉਠਾਈਏ ਤੇ ਆਪਣੇ ਨਾਲ ਅਸੀਂ ਜਿਹੜੇ ਸਾਡੇ ਦੂਜੀਆਂ ਆਤਮਾਵਾਂ ਨੇ ਸਾਡੇ ਨਾਲ, ਅਸੀਂ ਉਹਨਾਂ ਨੂੰ ਵੀ ਉੱਤੇ ਉਠਾਈਏ, ਰਾਈਟ। ਜਿੰਨਾ ਅਸੀਂ ਦੂਜੀਆਂ ਆਤਮਾਵਾਂ ਦੀ ਹੈਲਪ ਕਰਾਂਗੇ, ਉਹਨਾਂ ਦੀ ਆਤਮਾ ਦੀ ਸ਼ਕਤੀ ਵਧਾਵਾਂਗੇ, ਉਹਨਾਂ ਨੂੰ ਵੀ ਐਨਕਰੇਜ ਉਹਨਾਂ ਨੂੰ ਵੀ ਆਪਣਾ ਟਾਈਮ ਯੂਟਿਲਾਈਜ਼ ਕਰਨ ਦੀ, ਆਪਣੇ ਰਿਸੋਰਸ ਯੂਟਿਲਾਈਜ਼ ਕਰਨ ਵਾਸਤੇ ਮੋਟੀਵੇਟ ਕਰਾਂਗੇ, ਉਹਨਾਂ ਸਾਨੂੰ ਹੋਰ ਆਪ ਨੂੰ ਮਿਲੇਗੀ ਉਹ ਸ਼ਕਤੀ। ਤੇ ਜੇ ਇਹਦੀ ਪਹਿਲੀ ਲਾਈਨ ਪੜੋ, ਮੁਰਲੀ ਪਹਿਲੀ ਲਾਈਨ ਹੈਗੀ ਅੱਜ ਦੀ ਕਿ ਅੱਜ ਨਵ ਜੀਵਨ ਦੇਣ ਵਾਲੇ ਰਚਤਾ ਬਾਪ ਮੀਨਸ ਇਜ਼ ਰੈਫਰਡ ਟੂ ਐਸ ਗॉड, ਸੌਰੀ, ਸਾਨੂੰ ਨਵਾਂ ਜੀਵਨ ਦੇਣ ਵਾਲੇ ਰਚਤਾ ਬਾਪ ਪਰਮਾਤਮਾ ਆਪਣੀ ਨਵ ਜੀਵਨ ਬਣਾਉਣ ਵਾਲੇ ਬੱਚਿਆਂ ਨੂੰ ਵੇਖ ਰਹੇ ਹਨ। ਪਰਮਾਤਮਾ ਆਪ ਸਾਨੂੰ ਨਵ ਜੀਵਨ ਦੇ ਰਹੇ ਹਨ ਤੇ ਪਰਮਾਤਮਾ ਸਾਨੂੰ ਆਪਣੇ ਸਾਰੇ ਬੱਚਿਆਂ ਨੂੰ ਸਾਨੂੰ ਦੇਖ ਰਹੇ ਹਨ ਕਿ ਅਸੀਂ ਵੀ ਆਪਣਾ ਨਵਾਂ ਜੀਵਨ ਕਿਵੇਂ ਬਣਾ ਰਹੇ ਹਾਂ। ਇਹ ਨਵ ਜੀਵਨ
मतलब श्रेष्ठ ब्राह्मण जीवन है कि ਇਹ ਜੋ परमात्मा ने सानू नवा जीवन दिता, नवा जीवन doesn't mean कि a new physical birth, it means it refers to a new spiritual birth कि परमात्मा ने सानू एक नवा spiritual birth दिता, रूहानी जन्म मिलिया सानू, उस रूहानी spiritual birth ਦੇ ਨਾਲ ਅਸੀਂ ਨਵ ਯੁੱਗ ਦੀ ਰਚਨਾ ਕਰ, ਨਵ ਯੁੱਗ ਮੀਨਸ ਕਿ ਅਸੀਂ ਇੱਕ ਨਵੇਂ ਯੁੱਗ ਕਲਯੁੱਗ ਤੋਂ ਅਸੀਂ ਜਿਵੇਂ ਗੱਲ ਕੀਤੀ ਕਲਯੁੱਗ ਤੋਂ ਅਸੀਂ ਸਤਯੁਗ ਬਣਾ ਰਹੇ ਹਾਂ, ਰਾਈਟ। ਅਸੀਂ ਆਪਣੀ ਆਤਮਾਵਾਂ ਦੀ ਸ਼ਕਤੀ ਨੂੰ ਵਧਾ ਕੇ ਅਸੀਂ ਇੱਕ ਨਵੇਂ ਯੁੱਗ ਸਤਯੁਗ ਦੀ ਸਥਾਪਨਾ ਕਰ ਰਹੇ ਹਾਂ ਮਿਲ ਕੇ। ਤਾਂ ਹਰ ਬ੍ਰਾਹਮਣ ਆਤਮਾ ਦੀ ਨਵੀਂ ਜੀਵਨ ਨਵਯੁੱਗ ਲਿਆਉਣ ਲਈ ਹੀ ਹੈ। ਸਾਡੀ ਜੀਵਨ ਦਾ ਹਰ ਬ੍ਰਾਹਮਣ ਆਤਮਾ ਸਾਡੀ ਆਤਮਾ ਦਾ ਸਾਡੀ ਜੀਵਨ ਦਾ ਗੋਲ ਜੋ ਹੈਗਾ, ਮਿਸ਼ਨ ਜੋ ਹੈਗਾ ਉਹ ਇਹੀ ਹੈਗਾ ਕਿ ਅਸੀਂ ਨਵਯੁੱਗ ਲੈਣਾ ਹੈ, ਨਵਾਂ ਯੁੱਗ ਲੈ ਕੇ ਆਣਾ ਹੈ। ਨਵਾਂ ਯੁੱਗ ਕਿਹੜਾ ਸੀ? ਸਤਯੁਗ ਲੈ ਕੇ ਆਣਾ ਹੈ ਧਰਤੀ ਦੇ ਉੱਤੇ। ਦੈਟ ਇਜ਼ ਵਾਟ ਆਵਰ ਏਮ ਐਂਡ ਆਬਜੈਕਟਿਵ ਇਜ਼। ਜੇ ਸਾਨੂੰ ਆਪਣਾ ਏਮ ਐਂਡ ਆਬਜੈਕਟਿਵ ਕਲੀਅਰ ਹੋਵੇ ਕਿ ਮੈਂ ਕਿੱਥੇ ਜਾਣਾ ਹੈ, ਮੈਂ ਡਰਾਈਵ ਕਰਕੇ ਲਾਸ ਐਂਜਲਸ ਜਾ ਰਿਹਾ ਡਰਾਈਵ ਕਰਕੇ, then no matter what ਕਿ ਰਸਤੇ ਵੀ ਮੈਨੂੰ ਕਿੰਨੇ ਡੀਟੂਅਰਸ ਲੈਣੇ ਪੈਣ, ਰਸਤੇ ਵੀ ਕੋਈ ਹਾਈਵੇ ਬੰਦ ਹੈ, ਕੋਈ ਐਗਜ਼ਿਟ ਬੰਦ ਹੈ, ਕੁਝ ਵੀ different ਹੈਗਾ, every detour that I take on my way is that will take me towards my destination। ਮੈਂ ਡਰਾਈਵ ਕਰ ਰਿਹਾ ਲਾਸ ਐਂਜਲਸ, ਮੈਨੂੰ ਜਿੰਨੀਆਂ ਮਰਜ਼ੀ ਐਗਜ਼ਿਟ ਲੈਣੀਆਂ ਪੈਣ ਜਾਂ ਜਿੰਨਾ ਵਜੇ ਟ੍ਰੈਫਿਕ ਆ ਜਾਏ, ਮੈਨੂੰ ਡੀਟੂਅਰ ਲੈਣੇ ਪੈਣ, ਬਟ ਆਈ ਨੋ ਕਿ ਮੈਂ ਜੀਪੀਐਸ ਪਾਇਆ ਹੋਇਆ ਕਿ ਮੈਨੂੰ ਲਾਸ ਐਂਜਲਸ ਜਾਣਾ ਹੈ। ਜੀਪੀਐਸ will find the closest path for me to reach Los Angeles in the shortest time, right? Similarly ਜੇ ਸਾਨੂੰ ਜ਼ਿੰਦਗੀ ਦੇ ਵਿੱਚ ਆਪਣੇ ਲਾਈਫ ਦੇ ਜੀਪੀਐਸ ਵਿੱਚ ਕਲੈਰਿਟੀ ਹੋਵੇ ਕਿ ਸਾਡਾ ਏਮ ਐਂਡ ਆਬਜੈਕਟਿਵ ਕੀ ਹੈ, ਸਾਡਾ ਏਮ ਆਬਜੈਕਟਿਵ ਹੈ ਆਪਣੇ ਆਪ ਨੂੰ, ਆਪਣੀ ਆਤਮਾ ਨੂੰ 16 ਕਲਾ ਸੰਪੂਰਨ ਬਣਾਉਣਾ। 16 ਕਲਾ ਸੰਪੂਰਨ ਬਣਾਵਾਂਗੇ ਸਾਨੂੰ ਸਤਯੁਗ ਦੇ ਵਿੱਚ ਜਨਮ ਮਿਲੇਗਾ, ਰਾਈਟ। ਜੇ ਸਾਨੂੰ ਆਪਣਾ ਏਮ ਐਂਡ ਆਬਜੈਕਟਿਵ ਕਲੀਅਰ ਹੈਗਾ, ਦੈਨ ਲਾਈਫ ਦੇ ਹਰ ਮੋਮੈਂਟ ਤੇ ਹਰ ਸਟੈਪ ਤੇ ਅਸੀਂ ਜਿਹੜਾ ਵੀ ਸਟੈਪ ਲਵਾਂਗੇ, ਜਿਹੜਾ ਵੀ ਡਿਸੀਜਨ ਲਵਾਂਗੇ, ਇਟ ਵਿਲ ਬਿਕਮ ਵੈਰੀ ਈਜ਼ੀ, ਰਾਈਟ। ਅਸੀਂ ਇਸ ਤਕੜੀ ਦੇ ਉੱਤੇ ਤੋਲਾਂਗੇ ਹਰ ਚੀਜ਼ ਨੂੰ ਬੈਠ ਕੇ, ਹਰ ਸਟੈਪ ਨੂੰ, ਕਿ ਇਸ ਸਟੈਪ ਦੇ ਨਾਲ ਮੇਰੀ ਆਤਮਾ ਦੀ ਸ਼ਕਤੀ ਵਧੇਗੀ ਜਾਂ ਘਟੇਗੀ, ਇਸ ਸਟੈਪ ਦੇ ਨਾਲ ਮੇਰੇ ਆਸ-ਪਾਸ ਜਿੰਨੀਆਂ ਆਤਮਾਵਾਂ ਨੇ ਉਹਨਾਂ ਦੀ ਸ਼ਕਤੀ ਵਧੇਗੀ ਜਾਂ ਘਟੇਗੀ, ਰਾਈਟ। ਇਫ ਆਈ ਯੂਜ਼ ਦੋਜ਼ ਟੂ ਐਜ਼ ਦ ਡਿਸਾਈਡਿੰਗ ਫੈਕਟਰਸ, ਦੈਟਸ ਇਟ, ਰਾਈਟ। ਇਹਦੇ ਨਾਲ ਸਰਬਤ ਦਾ ਭਲਾ ਹੋਏਗਾ ਕਿ ਨਹੀਂ ਹੋਏਗਾ, ਰਾਈਟ। ਇਹਨਾਂ ਕੁਐਸਚਨਸ ਦੇ ਨਾਲ ਜੇ ਮੈਂ ਹਰ ਲਾਈਫ ਦੇ ਹਰ ਡਿਸੀਜਨ ਨੂੰ ਤੋਲਾਂਗਾ ਬੈਠ ਕੇ, then it will become very easy for me to make decisions in life। ਫਿਰ ਅਸੀਂ ਪਰਵਾਹ ਨਹੀਂ ਕਰਾਂਗੇ ਕਿ ਦੁਨੀਆ ਕੀ ਕਹਿੰਦੀ ਹੈ, ਲੋਕੀ ਕੀ ਕਹਿੰਦੇ ਨੇ, ਕੋਈ ਬੁਰਾ ਨਾ ਮੰਨ ਜਾਏ, ਕੋਈ ਫਾਰਮੈਲਿਟੀ ਸੇ ਅਸੀਂ ਕੰਮ ਨਹੀਂ ਕਰਾਂਗੇ ਕੋਈ ਜ਼ਿੰਦਗੀ ਵਿੱਚ। ਤੇ ਲੈਟਸ ਰੀਡ ਅਬਾਊਟ ਦਿਸ, ਦਿਸ ਹਰ ਮੁਰਲੀ ਦੇ ਵਿੱਚ ਨਾ ਲਾਸਟ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਹੁੰਦਾ ਹੈ ਵਰਦਾਨ ਐਂਡ ਸਲੋਗਨ given by ਵਾਹਿਗੁਰੂ। let's read through this today's vardhan and slogan, right? Today's vardhan says, ਪਰਮਾਤਮ ਪਿਆਰ ਅਤੇ ਅਧਿਕਾਰ ਦੀ ਅਲੌਕਿਕ ਖੁਸ਼ੀ ਅਤੇ ਨਸ਼ੇ ਵਿੱਚ ਰਹਿਣ ਵਾਲੇ ਸਰਵ ਪ੍ਰਾਪਤੀ ਸੰਪੰਨ ਪਵੋ। ਪਰਮਾਤਮਾ ਸਾਨੂੰ ਕਹਿ ਰਹੇ ਹਨ ਕਿ ਅਸੀਂ ਹਮੇਸ਼ਾ ਪਰਮਾਤਮਾ ਦੇ ਪਿਆਰ, ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਪਿਆਰ ਕਰੀਏ ਅਸੀਂ ਹਰ ਵੇਲੇ, ਤੇ ਅਧਿਕਾਰ, ਪਰਮਾਤਮ ਅਧਿਕਾਰ, ਅਸੀਂ ਆਪਣੇ ਆਪ ਨੂੰ ਅਧਿਕਾਰੀ ਸਮਝੀਏ, ਕਿਉਂਕਿ ਅਸੀਂ ਕਹਿੰਦੇ ਹਾਂ ਤੂੰ ਮਾਤ ਪਿਤਾ ਹਮ ਬਾਲਕ ਤੇਰੇ, ਕਿਉਂਕਿ ਅਸੀਂ ਪਰਮਾਤਮਾ ਦੇ ਬੱਚੇ ਹਾਂ ਤੇ ਸਾਨੂੰ ਅਧਿਕਾਰ ਹੈ, ਸਾਨੂੰ ਹੱਕ ਹੈ, ਉਹ ਇਨਹੈਰੀਟੈਂਸ ਵਿੱਚ ਸਾਨੂੰ ਜੋ ਪਰਮਾਤਮਾ ਕੋਲ ਹੈ ਸਾਨੂੰ ਸਭ ਕੁਝ ਮਿਲਦਾ ਹੈ ਇਨਹੈਰੀਟੈਂਸ ਦੇ ਵਿੱਚ, ਰਾਈਟ। ਸਾਨੂੰ ਅਸੀਂ ਉਸ ਨਸ਼ੇ ਵਿੱਚ ਰਹੀਏ। ਨਸ਼ਾ ਨਾਟ ਦ ਫਿਜ਼ੀਕਲ ਨਸ਼ਾ ਆਫ ਦਾਰੂ, ਬਟ ਇਟ ਮੀਨਸ ਦ ਸਪਿਰਿਚੁਅਲ ਸਪਿਰਿਚੁਅਲ ਇੰਟੌਕਸੀਕੇਸ਼ਨ, ਕਿ ਅਸੀਂ ਆਪਣੇ ਆਪ ਨੂੰ ਉਸ ਸਮ੍ਰਿਤੀ 'ਚ ਰੱਖੀਏ ਕਿ ਮੈਂ ਪਰਮਾਤਮਾ ਦੀ ਸੰਤਾਨ ਹਾਂ, ਪਰਮਾਤਮਾ ਮੇਰਾ ਪਿਆਰ, ਸ਼ਾਂਤੀ, ਖੁਸ਼ੀਆਂ ਨਾਲ ਭਰਿਆ ਹੈ, ਮੇਰਾ ਮਾਤਾ ਪਿਤਾ, ਤੇ ਮੈਂ ਵੀ ਪਰਮਾਤਮਾ ਵਾਂਗ ਸ਼ਾਂਤੀ, ਖੁਸ਼ੀ, ਪਿਆਰ ਨਾਲ ਭਰਿਆ ਹੋਇਆ ਹਾਂ। ਦੈਟਸ ਇਟ, ਰਾਈਟ। ਅਲੌਕਿਕ ਖੁਸ਼ੀ, ਰਾਈਟ, ਸਪਿਰਿਚੁਅਲ ਹੈਪੀਨੈਸ, ਐਂਡ ਨਸ਼ੇ ਵਿੱਚ ਰਹਿਣ ਵਾਲੇ ਸਰਵ ਪ੍ਰਾਪਤੀ ਸੰਪੰਨ ਭਵੋ। ਅਸੀਂ ਆਪਣੇ ਆਪ ਨੂੰ ਸਾਰੀਆਂ ਪ੍ਰਾਪਤੀਆਂ ਸਮਝੀਏ ਕਿ ਮੇਰੇ ਅੰਦਰ ਸਭ ਕੁਝ ਹੈ, ਸਭ ਕੁਝ, ਸਾਰੀਆਂ ਪ੍ਰਾਪਤੀਆਂ ਮੈਨੂੰ ਮਿਲ ਚੁੱਕੀਆਂ ਹਨ ਆਲਰੇਡੀ। ਅਸੀਂ ਆਪਣੇ ਇਸ ਸਮ੍ਰਿਤੀ ਵਿੱਚ ਆਪਣੇ ਆਪ ਨੂੰ ਐਕਸਪੀਰੀਅੰਸ ਕਰੀਏ। ਜੋ ਬੱਚੇ ਬਾਪ ਦੇ ਨਾਲ ਕੰਬਾਈਨਡ ਰਹਿ ਪਿਆਰ ਨਾਲ ਕਹਿੰਦੇ ਹਨ ਮੇਰਾ ਬਾਬਾ, ਤਾਂ ਉਹਨਾਂ ਨੂੰ ਪਰਮਾਤਮ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ। ਜੇ ਅਸੀਂ ਆਪਣੇ ਦਿਲ ਨਾਲ ਕਹਿੰਦੇ ਹਾਂ ਨਾ ਮੇਰਾ ਵਾਹਿਗੁਰੂ, ਮੇਰਾ ਵਾਹਿਗੁਰੂ, ਸਾਰੇ ਕਹਾਂਗੇ ਨਾ ਕਿ ਮੇਰਾ ਵਾਹਿਗੁਰੂ, ਮੇਰਾ ਵਾਹਿਗੁਰੂ, ਮੇਰਾ ਅਕਾਲ ਪੁਰਖ, ਮੇਰਾ ਪਰਮਾਤਮਾ, ਤਾਂ ਸਾਨੂੰ ਆਪਣੇ ਦਿਲ ਤੋਂ ਉਸ ਪਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ, ਸਾਰੇ ਪਿਆਰ, ਸਾਰੇ ਗੁਣ, ਸਾਰਾ ਸ਼ਾਂਤੀ, ਸਾਨੂੰ ਉਹ ਇਨਹੈਰੀਟੈਂਸ ਸਾਨੂੰ ਮਿਲ ਜਾਏਗਾ ਤੇ ਅਸੀਂ ਪਿਆਰ, ਸ਼ਾਂਤੀ, ਖੁਸ਼ੀਆਂ ਨਾਲ ਭਰ ਜਾਵਾਂਗੇ ਅੰਦਰੋਂ। ਬੇਹੱਦ ਦਾ ਦਾਤਾ ਸਰਵ ਪ੍ਰਾਪਤੀਆਂ ਨਾਲ ਸੰਪੰਨ ਕਰ ਦਿੰਦਾ ਹੈ। ਪਰਮਾਤਮਾ ਬੇਹੱਦ ਦਾ ਦਾਤਾ, ਜਿਵੇਂ ਅਸੀਂ ਕਹਿੰਦੇ ਊਂਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਪਰਮਾਤਮਾ ਊਂਚ ਹੈ, ਅਪਾਰ ਹੈ, ਰਾਈਟ, ਬੇਅੰਤ ਹੈ, ਰਾਈਟ, ਉਹ ਬੇਹੱਦ ਹੈ ਪਰਮਾਤਮਾ ਕੋਲ ਦੇਣ ਵਾਸਤੇ। ਜਿਵੇਂ ਸੂਰਜ ਕੋਲ ਬੇਅੰਤ ਧੁੱਪ ਤੇ ਬੇਅੰਤ ਗਰਮੀ ਹੁੰਦੀ ਹੈ ਸਾਰਿਆਂ ਨੂੰ ਦੇਣ ਵਾਸਤੇ,
सिमिलरली परमात्मा कोल भी बेअंत खुशियां, शांति, शक्ति, पवित्रता, प्यार, आनंद सब कुछ बेहद है, अनलिमिटेड है परमात्मा कोल। द ओनली डिफरेंस इज कि ਅਸੀਂ ਕਿੰਨਾ ਕਨੈਕਟ ਕਰ ਸਕਦੇ ਹਾਂ ਪਰਮਾਤਮਾ ਨੂੰ, ਪਰਮਾਤਮਾ ਦੇ ਨਾਲ। ਤਿੰਨਾਂ ਲੋਕਾਂ ਦੇ ਅਧਿਕਾਰੀ ਬਣ ਜਾਂਦੇ ਹਨ। ਫਿਰ ਇਹ ਹੀ ਗੀਤ ਗਾਉਂਦੇ ਕਿ ਪਾਉਣਾ ਸੀ ਉਹ ਪਾ ਲਿਆ, ਹੁਣ ਕੁਝ ਪਾਉਣ ਨੂੰ ਨਹੀਂ ਰਿਹਾ। ਸਾਨੂੰ ਇਹ ਨਸ਼ਾ ਰਹਿੰਦਾ ਹੈ ਕਿ ਅਸੀਂ ਸਭ ਪਰਮਾਤਮਾ ਨੂੰ ਪਾ ਕੇ ਸਭ ਕੁਝ ਪਾ ਲਿਆ, ਸਾਰੀ ਦੁਨੀਆ ਦੀ ਖੁਸ਼ੀ ਮਿਲ ਗਈ ਮੈਨੂੰ ਪਰਮਾਤਮਾ ਦੇ ਨਾਲ ਜੋੜ ਕੇ। ਗੁਰਬਾਣੀ ਕਹਿੰਦੇ ਨਾ, ਜਾਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਬਹੁ ਕਾਕੀ ਕਮੀਆਂ। ਜਿਹਦਾ ਮੀਤ, ਜਿਹਦਾ ਮਿੱਤਰ ਉਹ ਪਰਮਾਤਮਾ ਹੈ, ਉਹਨੂੰ ਕੋਈ ਕਮੀ ਨਹੀਂ, ਕਿਸੇ ਚੀਜ਼ ਦੀ ਕਮੀ ਨਹੀਂ ਉਹਦੀ ਜ਼ਿੰਦਗੀ ਦੇ ਵਿੱਚ। ਹੁਣ ਮੈਨੂੰ ਪਾਉਣ ਵਾਸਤੇ ਕੁਝ ਨਹੀਂ ਬਚਿਆ, ਮੇਰੇ ਵਾਸਤੇ ਸਭ ਕੁਝ ਮਿਲ ਗਿਆ ਮੈਨੂੰ। ਉਹਨਾਂ ਨੂੰ 21 ਜਨਮ ਦੀ ਗਾਰੰਟੀ ਕਾਰਡ ਮਿਲ ਜਾਂਦਾ ਹੈ। ਸਾਨੂੰ ਅਗਲੇ 21 ਜਨਮਾਂ ਦੇ ਲਈ ਸਾਨੂੰ ਸਾਡੇ ਅਗਲੇ 21 ਜਨਮ ਵਿੱਚ ਸਾਨੂੰ ਸਤਯੁਗ ਵਿੱਚ ਐਂਟਰੀ ਮਿਲ ਗਈ ਉਹਦੇ ਵਾਸਤੇ। ਤਾਂ ਇਹ ਹੀ ਅਲੌਕਿਕ ਖੁਸ਼ੀ ਅਤੇ ਨਸ਼ੇ ਵਿੱਚ ਰਹੋ ਕਿ ਸਭ ਕੁਝ ਮਿਲ ਗਿਆ। ਅਸੀਂ ਐਸੇ ਅਨਲਿਮਿਟਿਡ ਹੈਪੀਨੈਸ, ਅਨਲਿਮਿਟਿਡ ਸਪਿਰਿਚੁਅਲ ਇੰਟੌਕਸੀਕੇਸ਼ਨ ਰਹੀਏ ਕਿ ਸਾਨੂੰ ਸਭ ਕੁਝ ਮਿਲ ਗਿਆ, ਪਰਮਾਤਮਾ ਮਿਲ ਗਿਆ, ਸਾਨੂੰ ਸਭ ਕੁਝ ਮਿਲ ਗਿਆ। ਫਿਜ਼ੀਕਲ ਚੀਜ਼ਾਂ ਨਾਲ ਕੋਈ ਖੁਸ਼ੀ ਨਹੀਂ ਮਿਲਦੀ ਕਿਸੇ ਨੂੰ। ਜਿੰਨੇ ਮਰਜ਼ੀ ਅਸੀਂ ਹਵਾਈ ਦੀ ਵੈਕੇਸ਼ਨ ਲੈ ਲਈਏ, ਵੀਡੀਓ ਗੇਮ ਦੇਖ ਲਈਏ, ਮੂਵੀ ਦੇਖ ਲਈਏ, ਗੱਡੀਆਂ ਲੈ ਲਓ, ਉਹ ਘਰ ਬਣਾ ਲਓ, ਜਿੰਨੇ ਮਰਜ਼ੀ ਫਿਜ਼ੀਕਲ ਕੰਮ ਕਰ ਲਓ, ਫਿਜ਼ੀਕਲ ਚੀਜ਼ਾਂ ਲੈ ਲਓ, ਬਟ ਉਹਨਾਂ ਨਾਲ ਖੁਸ਼ੀਆਂ ਨਹੀਂ ਮਿਲਦੀ ਸਾਨੂੰ ਕਦੇ ਵੀ। ਡਜ਼ਨਟ ਮੀਨ ਕਿ ਅਸੀਂ ਫਿਜ਼ੀਕਲ ਕੋਈ ਪ੍ਰੋਗਰੈਸ ਨਾ ਕਰੀਏ। we should still physically progress in our life, physically professionally rise करिए, ਅਸੀਂ financially rise सब कुछ करिए, intellectually rise करिए, financially rise करिए, but while being in a spiritually intoxicated, while staying in our soul conscious state, that is the key. ਸਾਧਨ ਸਲੋਗਨ ਹੈ ਅੱਜ ਦਾ, ਸਾਧਨਾ ਦੇ ਆਧਾਰ ਤੇ ਸਾਧਨ ਨਾ ਹੋਵੋ। ਸਾਧਨਾ ਦੇ ਆਧਾਰ ਤੇ ਸਾਧਨਾ ਨਾ ਹੋਵੇ। What that means, sadhana means, this sadhana means ke parmatma na jodna, right? And this sadhana means means, right? Me like ke jive asi right now we all are using internet, right? We are using Zoom is our sadhan, our means for us to all connect with each other at this point, right? sadhana de aadhar te sadhana na hove। ਮੈਂ ਪਰਮਾਤਮਾ ਨਾਲ ਜੋੜਨ ਵਾਸਤੇ ਮੈਂ ਡਿਪੈਂਡੈਂਸੀ ਨਾ ਰਹੇ ਮੈਨੂੰ ਕਿਸੇ ਫਿਜ਼ੀਕਲ ਚੀਜ਼ ਦੇ ਉੱਤੇ, ਕਿ ਐ ਨਹੀਂ ਕਿ ਜਦ ਤੱਕ ਕੋਈ YouTube ਤੇ ਕੋਈ ਮੈਡੀਟੇਸ਼ਨ ਵੀਡੀਓ ਨਹੀਂ ਲੱਗੇਗੀ ਤਦ ਤੱਕ ਮੈਂ ਪਰਮਾਤਮਾ ਨਾਲ ਕਨੈਕਟ ਨਹੀਂ ਕਰ ਸਕਦਾ, ਰਾਈਟ? ਜਾਂ ਜਦ ਤੱਕ ਮੈਨੂੰ ਕੋਈ ਕੈਂਡਲ ਲਾਈਟ ਔਨ ਕਰਕੇ ਮੈਨੂੰ ਕੋਈ ਉਹ ਨਹੀਂ ਦੇਗਾ ਤਦ ਤੱਕ ਮੈਂ ਪਰਮਾਤਮਾ ਨਾਲ ਕਨੈਕਟ ਨਹੀਂ ਕਰ ਸਕਦਾ। ਆਈ ਸ਼ੁਡ ਨਾਟ ਹੈਵ ਐਨੀ ਡਿਪੈਂਡੈਂਸੀਜ਼ ਔਨ ਐਨੀਥਿੰਗ। ਜੇ ਮੈਂ ਦੁਨੀਆ ਦੀ ਕਿਹੜੀ ਜਗ੍ਹਾ ਤੇ ਬੈਠਾ, ਭਾਵੇਂ ਮੈਂ ਐਰੋਪਲੇਨ ਬੈਠਾ, ਭਾਵੇਂ ਮੈਂ ਕਿੱਥੇ ਵੀ ਬੈਠਾ, ਆਫਿਸ ਬੈਠਾ, ਭਾਵੇਂ ਮੈਂ ਘਰ ਬੈਠਾ, ਭਾਵੇਂ ਮੈਂ ਖਾਣਾ ਬਣਾ ਰਿਹਾ, ਕੁਝ ਵੀ ਕਰ ਰਿਹਾ, ਹਰ ਵੇਲੇ ਜੇ ਮੈਂ ਆਪਣੇ ਆਪ ਨੂੰ ਆਤਮਾ ਸਮਝ ਕੇ ਪਰਮਾਤਮਾ ਨਾਲ ਕਨੈਕਟ ਕਰਾਂ, ਦੈਟਸ ਇਟ। ਮੈਨੂੰ ਕੋਈ ਨਹੀਂ ਕਿ ਮੈਨੂੰ ਮੈਨੂੰ ਕੋਈ ਪੈਸੇ ਦੀ ਲੋੜ ਹੈ, ਮੈਨੂੰ ਕੋਈ ਕਿਸੇ ਚੀਜ਼ ਦੀ ਲੋੜ ਹੈਗੀ ਹੈ, ਰਾਈਟ? ਐਂਡ ਸਾਰੇ ਮੀਨਸ, those all are means for me to use them as I need them, but I should not be dependent upon them, right? ਸਾਧਨਾ ਵਿੱਚ ਵਿਘਨ ਰੂਪ ਦਾ ਨਾ ਬਣਨ। ਜਿੰਨੇ means ਹੈਗੇ ਨੇ, they should not become an obstacle for me to connect with divine. They should help me they should make it easier for me to connect with divine, but they should not have become bottlenecks for me कि आज Zoom नहीं चल रहा है, या आज YouTube ਤੇ मेरा इंटरनेट डाउन है, या कुछ हो गया तो मैं परमात्मा ਨਾਲ कनेक्ट नहीं कर सकता। नहीं, there is no dependence, there is no need dependency on anyone, anything in the life जो ਸਾਨੂੰ ਚਾਹੀਦੀ ਹੈ to connect with ਵਾਹਿਗੁਰੂ। So this was a brief introduction to the Murli from today. With that, let's practice a brief meditation together for a few minutes. ਚਾਰਾਂ ਤਰਫ ਤੋਂ ਬੁੱਧੀ ਨੂੰ ਹਟਾਉਂਦੇ ਹੋਏ ਆਪਣੇ ਆਪ ਨੂੰ ਇੱਕ ਆਤਮਿਕ ਸਰੂਪ ਵਿੱਚ ਦੇਖੀਏ। ਅਸੀਂ ਮੈਂ ਜਾਗਦੀ ਜੋਤ
अकाल मूरत आत्मा ਹਾਂ ਕਾਲ ਮੈਨੂੰ ਖਾ ਨਹੀਂ ਸਕਦਾ, ਅੱਗ ਮੈਨੂੰ ਜਲਾ ਨਹੀਂ ਸਕਦੀ, ਪਾਣੀ ਮੈਨੂੰ ਡੁਬੋ ਨਹੀਂ ਸਕਦਾ, ਤਲਵਾਰ ਮੈਨੂੰ ਕੱਟ ਨਹੀਂ ਸਕਦੀ, ਮੈਂ ਅਜਰ ਅਮਰ ਅਵਿਨਾਸ਼ੀ ਆਤਮਾ ਹਾਂ। ਇਸ ਅਮਰ ਅਵਿਨਾਸ਼ੀ ਸਥਿਤੀ ਦੇ ਨਾਲ ਹੁਣ ਮੈਨੂੰ ਕੋਈ ਡਰ ਚਿੰਤਾ ਨਹੀਂ ਰਹੀ। नानक चिंता मत करो चिंता, मत करो चिंता, मत करो। ਆਪਣੇ ਆਪ ਨੂੰ ਆਤਮਿਕ ਸਥਿਤੀ ਵਿੱਚ ਦੇਖਣ ਦੇ ਬਾਅਦ ਮੈਨੂੰ ਆਪਣੇ ਆਸ-ਪਾਸ ਦੇ ਸਾਰੇ ਇਨਸਾਨ ਵੀ ਇੱਕ ਆਤਮਾ ਦਿਖਦੇ। आवले अल्लाह नूरे उपाया, आवले अल्लाह नूरे उपाया, कुदरत के सब बंदे एक नूर ते सब जग उपजया, कौन भले का मंदे। एक नूर ते सब जग उपजया, कौन भले का मंदे। आवले अल्लाह नूर उपाया, आवले अल्लाह नूर उपाया। परमात्मा दे नूर तो असी सारियां आत्मावां ने जन्म लिता। ਅਸੀਂ ਸਭ ਕੁਦਰਤ ਉਸ ਪਰਮਾਤਮਾ ਦੇ ਬੰਦੇ ਹਾਂ। ਸਭ ਨੇ ਉਸੇ ਇੱਕ ਨੂਰ ਤੋਂ, ਪਰਮਾਤਮਾ ਤੋਂ ਦੇ ਨੂਰ ਤੋਂ ਜਨਮ ਲਿੱਤਾ। ਕੌਣ ਭਲੇ ਕੋ ਮੰਦੇ, ਕੋਈ ਮਾੜਾ ਨਹੀਂ। ਸਭ ਨੂੰ ਪਰਮਾਤਮਾ ਦਾ ਬੱਚਾ ਸਮਝ ਕੇ ਸਵੀਕਾਰ ਕਰਦਾ। मानुख की टेक बिरथी सब जान, ਦੂਜੇ ਮਨੁੱਖਾਂ ਦੀ ਟੇਕ ਲੈਣਾ ਵਿਅਰਥ ਹੈ। ਕਿਉਂਕਿ ਦੂਜੀਆਂ ਆਤਮਾਵਾਂ ਸਾਨੂੰ ਕੁਝ ਦੇ ਹੀ ਨਹੀਂ ਸਕਦੀਆਂ।
ਦੇਵਨ ਕੋ ਏਕੈ ਭਗਵਾਨ। ਸਾਨੂੰ ਦੇਣ ਵਾਲਾ ਸਿਰਫ ਇੱਕੋ ਪਰਮਾਤਮਾ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਦੇਵਨ ਕੋ ਏਕੈ ਭਗਵਾਨ। ਪਰਮਾਤਮਾ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਜਾਕੇ ਵਸ ਹੈ ਕਾਮ ਦੇਣਾ। ਪਰਮਾਤਮਾ ਨੇ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ। जे तो प्रेम खिलन का चाहो, सिर तर तली गली मेरी आओ। ਪਰਮਾਤਮਾ ਸਾਨੂੰ ਕਹਿ ਰਹੇ ਹਨ ਕਿ ਜੇ ਅਸੀਂ ਸੱਚਾ ਪਿਆਰ ਕਰਦੇ ਹਾਂ ਪਰਮਾਤਮਾ ਨਾਲ ਤਾਂ ਅਸੀਂ ਆਪਣੇ ਸਿਰ ਨੂੰ ਤਲੀ ਤੇ ਧਰ ਕੇ ਜਾਈਏ। ਫਿਜ਼ੀਕਲੀ ਨਹੀਂ ਕੱਟਣਾ ਅਸੀਂ ਆਪਣੇ ਸਰੀਰ ਨੂੰ, ਮਗਰ ਅਸੀਂ ਆਪਣੇ ਆਪ ਨੂੰ ਇੱਕ ਆਤਮਿਕ ਸਥਿਤੀ ਵਿੱਚ ਅਨੁਭਵ ਕਰਦੇ। ਆਤਮਿਕ ਸਥਿਤੀ ਵਿੱਚ ਅਨੁਭਵ ਕਰਕੇ ਸਾਨੂੰ ਪਰਮਾਤਮਾ ਮਿਲਦਾ। ਜਿਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨ ਕੀਜੈ। ਅਸੀਂ ਸੱਤ ਦੇ ਰਾਹ ਤੇ ਤੁਰ ਰਹੇ ਹਾਂ। ਸੱਤ ਦੇ ਰਾਹ ਤੇ ਪੈਰ ਚੱਕਿਆ ਹੈ। ਸਾਨੂੰ ਆਪਣਾ ਸੀਸ ਕੱਟ ਜਾਏ, ਆਪਣਾ ਸਰੀਰ ਕੱਟ ਜਾਏ, ਅਸੀਂ ਆਪਣਾ ਸਰੀਰ ਤਿਆਗ ਦੇਵਾਂਗੇ। ਮਗਰ ਆਪਣੀ ਆਤਮਿਕਤਾ, ਆਪਣੀ ਪਵਿੱਤਰਤਾ, ਆਪਣੀ ਸ਼ਕਤੀ ਤੇ ਸ਼ਾਂਤੀ, ਆਪਣੇ ਨਿੱਜੀ ਗੁਣਾਂ ਨੂੰ ਕਦੇ ਨਹੀਂ ਛੱਡਾਂਗੇ। देह शिवा पर मोहे हैं। वाहिगुरु मैनू ओ वरदान देई। शुभ कर मन ते कब हो न डरो। ਕੋਈ ਚੰਗਾ ਕੰਮ ਕਰਨ ਲੱਗਿਆ ਮੇਰੇ ਮਨ ਵਿੱਚ ਕੋਈ ਡਰ ਨਾ ਹੋਵੇ।
निश्चय कर अपनी जीत करो। मैनू अपने आप के उत्ते एक अटुट विश्वास है। मैनू उस वाहिगुरु दे उत्ते अटुट विश्वास है। कि जे मैं सत्य दे राह ते हां, जे मैं परमात्मा दी श्रीमत दे नाल फॉलो करके हर कदम चुक रहा हां, तां सफलता मेरा जन्म सिद्ध अधिकार है। और सफलता भावें मैनू इस जन्म विच मिले, भावें अगले जन्म विच मिले। वो मैं परमात्मा ते छड़ दिता। मगर मेरी जीत गारंटेड है। निश्चय कर अपनी जीत करो। With that, we are almost at the end of today's session. Just a quick reminder कि ब्रह्मा कुमारी ਦੇ ਵਿੱਚ ਬੱਚਿਆਂ ਦੀ ਕਲਾਸਿਸ ਹੁੰਦੀਆਂ ਸਾਡੇ ਸੈਂਟਰ ਦੇ ਨਰਸਰਿੰਗ ਵੈਲਿਊਜ਼। ਜੇ ਤੁਹਾਡੇ ਬੱਚੇ ਨੇ 8 to 14 years old, strongly recommend the kids to join this class to build their own emotional strength. ਤੇ ਅਸੀਂ ਆਫਿਸ ਵਿੱਚ ਵੈਲਬੀਇੰਗ ਵੈਬਿਨਾਰਸ ਆਰਗੇਨਾਈਜ਼ ਕਰਦੇ ਹਾਂ। ਜੇ ਤੁਹਾਨੂੰ ਆਫਿਸ ਵਿੱਚ ਕੋਈ ਸੈਮੀਨਾਰ ਕਰਾਉਣਾ ਹੈ ਆਪਣੇ ਤੇ you can let us know. With that, we'll open up to Q&A. ਜੇ ਤੁਹਾਨੂੰ ਕੋਈ ਸਵਾਲ ਪੁੱਛਣਾ ਹੈ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰ ਸਕਦੇ ਹੋ ਜਾਂ ਆਪਣਾ ਹੈਂਡ ਰੇਜ਼ ਕਰ ਲਓ and you can ask your questions. Or you can also send us an email after the class. Thank you, Manpreet bhai. ਤੁਸੀਂ ਬਹੁਤ ਅੱਛੀ ਤਰ੍ਹਾਂ ਸਭ classes के दिन and today's class especially about Murli was very nice. Thank you. ਜਿਨ੍ਹਾਂ ਨੂੰ ਵੀ ਕੋਈ question ਹੈ please chat ਵਿੱਚ ਪਾ ਦਿਓ। ਮਨਪ੍ਰੀਤ ਦਾ ਪਹਿਲਾ question ਆਇਆ ਹੈ how do I support a close friend who refuses to take my help? ਅਸੀਂ ਕੋਈ friend ਨੂੰ support ਕਰਨਾ ਚਾਹੁੰਦੇ ਹਾਂ ਪਰ ਉਹ ਸੁਣਦੇ ਨਹੀਂ ਆ ਸਾਡੀ ਗੱਲ, ਤੋ ਅਸੀਂ ਕਿੰਜ ਉਹਨਾਂ ਨੂੰ help ਕਰ ਸਕਦੇ ਹਾਂ? You know, one of my personally the biggest learnings from Brahma Kumari is कि जे ਅਸੀਂ the best gift we can give to somebody is the gift to empower their soul. ਉਹਨਾਂ ਦੀ ਆਤਮਾ ਦੀ ਸ਼ਕਤੀ ਵਧਾਣਾ is the biggest gift we can give. ਅਸੀਂ ਕਿਉਂਕਿ ਆਪਣੇ ਆਪ ਨੂੰ ਬੋਡੀ ਕੌਨਸ਼ੀਅਸ ਫਾਰਮ ਵਿੱਚ ਦੇਖਦੇ ਹਾਂ ਤੇ ਅਸੀਂ ਫਿਜ਼ੀਕਲੀ ਹੈਲਪ ਕਰਨ ਦੀ ਸੋਚਦੇ ਹਾਂ ਕਿ ਮੈਂ ਫਿਜ਼ੀਕਲੀ ਕਿਵੇਂ ਹੈਲਪ ਕਰਾਂ ਦੂਜਿਆਂ ਦੀ, ਮੈਂ ਫਿਜ਼ੀਕਲੀ ਕਿਵੇਂ ਕੰਮ ਕਰਾਂ, ਮੈਂ ਫਿਜ਼ੀਕਲੀ ਕਿਵੇਂ ਉਹਨਾਂ ਦਾ ਹੱਥ ਫੜਾਂ, ਮੈਂ ਫਿਜ਼ੀਕਲ ਹੱਥ ਕਿਵੇਂ ਫੜਾਂ ਮੈਂ। of course, if you have the opportunity, go to help physically. Doesn't mean कि physically ना help करिए किसी किसी दी, physically help करो if you have the opportunity. But to answer the specific question that you asked कि जे साड़ी को help नहीं लेना चाहता physically, कोई गल नहीं सुनता साड़ी physically, then what can we do to support them, right? What can we do to empower them? The biggest thing we can do is actually ਜਿਹਨੂੰ ਕਹਿੰਦੇ ਨੇ ਮਨਸਾ ਸੇਵਾ, ਕਿ ਅਸੀਂ ਆਪਣੇ ਮਨ ਦੇ ਨਾਲ, ਆਪਣੀ ਦੁਆਵਾਂ ਦੇ ਨਾਲ, ਸਾਡੀ ਦੁਆਵਾਂ ਦੇ ਨਾਲ ਜੋ ਸ਼ਕਤੀ ਹੈਗੀ ਹੈ ਉਹ ਕਿਸੇ ਚੀਜ਼ ਦੀ ਨਹੀਂ ਹੈਗੀ ਉਨੀ ਸ਼ਕਤੀ। ਸੋ ਕਹਿੰਦੇ ਨੇ ਕਿ ਸਾਇੰਸ ਦੇ ਵਿੱਚ ਔਰ ਸਾਇੰਸ ਦੀ ਸ਼ਕਤੀ ਔਰ ਸਾਇਲੈਂਸ ਦੀ ਸ਼ਕਤੀ, ਰਾਈਟ? ਸਾਇਲੈਂਸ ਦੀ ਸ਼ਕਤੀ ਇਸ ਕਿ ਅਸੀਂ ਆਪਣੇ ਆਪ ਨੂੰ ਆਤਮਾ ਸਮਝ ਕੇ, ਦੂਜਿਆਂ ਨੂੰ ਹੀ ਆਤਮਾ ਸਮਝ ਕੇ ਅਸੀਂ ਪਰਮਾਤਮਾ ਦੇ ਸਾਹਮਣੇ, ਉਹਨਾਂ ਦੀ ਆਤਮਾ ਨੂੰ ਪਰਮਾਤਮਾ ਦੇ ਸਾਹਮਣੇ ਲੈ ਕੇ ਆਈਏ ਤੇ ਅਸੀਂ ਪਰਮਾਤਮਾ ਤੋਂ ਸਾਰੀਆਂ ਪਿਆਰ, ਸ਼ਾਂਤੀ, ਸ਼ਕਤੀ, ਖੁਸ਼ੀਆਂ, ਆਨੰਦ, ਗਿਆਨ, ਸਾਰੇ ਜਿੰਨੇ ਨਿੱਜੀ ਗੁਣ ਹੁੰਦੇ ਨੇ ਆਤਮਾ ਦੇ, ਅਸੀਂ ਸਾਰੇ ਪਰਮਾਤਮਾ ਤੋਂ ਲੈ ਕੇ ਵਿਜ਼ੂਅਲਾਈਜ਼ ਕਰੀਏ ਕਿ ਉਹਨਾਂ ਦੀ ਆਤਮਾ ਦੇ ਵਿੱਚ ਜਾ ਰਹੇ ਨੇ, ਸਾਰੇ ਗੁਣ ਉਹਨਾਂ ਦੀ ਆਤਮਾ ਦੇ ਅੰਦਰ ਭਰ ਗਏ ਨੇ।
right? Like my soul is like a laser beam, right? ये परमात्मा दी शक्ति मेरे अंदर आ रही है, मेरी आत्मा दे अंदर जा रही है, एंड परमात्मा तो मैं शक्ति लेके एज अ लेजर बीम मैं अपनी आत्मा तो रिफ्लेक्ट करके उन्हां दी आत्मा दे अंदर भर देतियां सारियां शक्तियां, राइट? जैसी शक्तियां भर देंगे किसी भी आत्मा दे अंदर ते वो आत्मा दी सोल पावर वध गई। एक बार आत्मा दी सोल पावर वध गई, आत्मा दे अंदर निजी गुण आ गए आत्मा दे, ते सारी उन्हां दी बॉडी कॉन्शियसनेस, काम, क्रोध, लोभ, मोह, अहंकार, सारियां पुरानियां गल्लां, दुनिया दियां पुरानियां गल्लां सारियां मिट जांदियां ने। गुस्से, नफरत, ईर्ष्या, द्वैत, हेट्रेड, जेलसी, ये सारी चीजां सारे विकार ने, एंड दे ऑल गो अवे once we fill ourselves with soul, once we empower our soul, right? ਜਿਵੇਂ ਉਹ ਦਿਖਾਇਆ ਗਿਆ ਕਿ ਰਾਵਣ ਨੂੰ ਮਾਰਨ ਵਾਸਤੇ ਜਦ ਰਾਮ ਜੀ ਨੇ ਰਾਵਣ ਦਾ ਇੱਕ ਸਿਰ ਮਾਰਿਆ ਤੇ ਉਹ ਸਿਰ ਵਾਪਸ ਉੱਠ ਕੇ ਆ ਜਾਂਦਾ ਸੀਗਾ ਰਾਵਣ ਦਾ ਸਿਰ, ਰਾਈਟ? ਬਟ ਜਦ ਉਹਨਾਂ ਨੇ ਰਾਮ ਜੀ ਨੇ ਰਾਵਣ ਦੇ ਉਹਦੀ ਇਹਨਾਂ ਦੀ ਨਾਭੀ ਤੇ ਅਟੈਕ ਕੀਤਾ, then all that, the entire Ravan was killed. So that is what that intent is, to show कि ਜੇ ਅਸੀਂ ਆਪਣੀ body consciousness ਨੂੰ ਮਾਰ ਦਈਏ, ਆਪਣੇ ਸਿਰਫ soul conscious ਦੇਖੀਏ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਵੀ soul conscious form ਵਿੱਚ ਦੇਖੀਏ, then we can empower the other soul so much more that all their body consciousness will go away. Thank you, Manpreet bhai. और एक और सवाल है, in spite of doing so much part and listening to lots of online B.K. Shivani ji's videos, why do I still feel worried and tense? Firstly, I'm glad कि ਤੁਸੀਂ ਇਹਨਾਂ ਪਾਠ ਕਰਦੇ ਹੋ, ਇਹਨਾਂ ਗੁਰਬਾਣੀ ਨਾਲ ਕਨੈਕਟਡ ਹੋ ਜਿਨ੍ਹਾਂ ਨੇ ਸਵਾਲ ਪੁੱਛਿਆ, and the fact कि you are all also listening to lots of videos from Shivani ji, which I personally have been a big fan of Shivani ji. I learned a lot from her videos online. So I'm glad that you're already doing a lot of that. And now the reality is कि जो ऐसी गल की थी आज दी क्लास विच कि there are 4 aspects of spiritual life, right? One is कहते हैं ज्ञान, धारणा, योग और सेवा, right? जिवें ਅਸੀਂ ਗੱਲ ਕੀਤੀ 4 forms of ਆਪਣੇ ਆਪ ਨੂੰ ਪਵਿੱਤਰ ਬਣਾਉਣ ਵਾਸਤੇ 4 steps ਹੈਗੇ ਨੇ, ਤੇ ਚੈੱਕ ਕਰੋ, ਰਾਈਟ, ਕਿ ਅਸੀਂ ਇਹਨਾਂ ਚਾਰਾਂ ਵਿੱਚੋਂ ਜੇ ਇੱਕ ਸਬਜੈਕਟ ਦੇ ਵਿੱਚ ਢਿੱਲੇ ਹੈਗੇ ਆ ਤੇ ਸਾਡੀ ਉન્નਤੀ ਦੇ ਵਿੱਚ ਉਨੀ ਉਹ ਨਹੀਂ ਹੋਏਗੀ, ਰਾਈਟ? ਜਸਟ ਲਾਈਕ ਕਿ ਜਿਵੇਂ ਮੰਨ ਲਓ ਕਿ 10th ਦੇ ਵਿੱਚ ਬੋਰਡ ਦਾ ਐਗਜ਼ਾਮ ਹੁੰਦਾ, ਰਾਈਟ? ਇੱਕ ਸਬਜੈਕਟ ਇੰਗਲਿਸ਼ ਹੈਗਾ, ਇੱਕ ਮੈਥ ਹੈਗਾ, ਇੱਕ ਸਾਇੰਸ ਹੈਗਾ, ਇੱਕ ਜੋ ਵੀ 5 ਸਬਜੈਕਟ ਹੈਗੇ ਨੇ 10th ਦੇ ਐਗਜ਼ਾਮ ਦੇ ਵਿੱਚ, in every subject you have to get a minimum of pass marks to be able to, or ideally you have to get, say, if you want 90% total, you have to get 90% in every subject, right? Right, to be able to ace the exams, right? Any एक subject में मेरे 0 आ रहे हैं, दूसरे जिसमें 100 हैगा ते I will not be able to pass the exams, right? कि साडी spiritual life ਦੇ ਵਿੱਚ ਇਹ 4 subjects ਹੈਗੇ ਨੇ, ਜਿਸ ਨੂੰ ਅਸੀਂ ਕਹਿੰਦੇ ਹਾਂ meditation, Raj Yoga meditation, sleep the equivalent, diet the equivalent, positive reading, exercise the equivalent ਹੈਗਾ churning, ਉਹਨੂੰ apply ਕਰਨਾ ਆਪਣੀ daily life ਦੇ ਵਿੱਚ, and सेवा, right? ज्ञान, योग, धारणा, सेवा ਕਹਿੰਦੇ ਆ ਅਸੀਂ 4 subjects ਨੂੰ, ਤੇ ਚਾਰੋਂ ਸਬਜੈਕਟ ਇਕੁਅਲੀ ਜ਼ਰੂਰੀ ਹੈਗੇ ਹਨ, ਰਾਈਟ? ਪਾਠ ਪੜ੍ਹ ਕੇ, ਸ਼ਿਵਾਨੀ ਜੀ ਦੀ ਵੀਡੀਓਜ਼ ਦੇਖ ਕੇ, ਪਾਠ ਪੜ੍ਹ ਕੇ, maybe if you are doing the part in the right way, maybe you are able to do meditation partially with it, or if you are just reading it like the way I used to do originally, just by reading without for me it was just a diet, but if you are lacking the exercise, which means the self reflection, right? ਜੇ ਸਾਨੂੰ ਪਾਠ ਪੜ੍ਹ ਕੇ ਵੀ, ਉਹ ਸ਼ਿਵਾਨੀ ਦੀ ਵੀਡੀਓ ਸੁਣ ਕੇ ਵੀ, ਜੇ ਅਸੀਂ ਉਹਦੀ ਸੈਲਫ ਰਿਫਲੈਕਸ਼ਨ ਨਹੀਂ ਕੀਤੀ ਕਿ ਉਹਦਾ ਇਹ ਸਭ ਚੀਜ਼ਾਂ ਮੇਰੀ ਜ਼ਿੰਦਗੀ 'ਚ ਕੀ ਮਤਲਬ ਹੈ, ਹਾਊ ਡੂ ਆਈ ਅਪਲਾਈ ਇਟ ਇਨ ਮਾਈ ਓਨ ਲਾਈਫ, how do I, what are my areas of growth, what are my weaknesses, and how am I going to work upon them, right? Unless we are missing on that aspect, your churning ਕਿਵੇਂ ਕਰੀਏ, self reflection ਕਿਵੇਂ ਕਰੀਏ, our progress will not happen. It's critical ਕਿ ਅਸੀਂ ਇਹਨਾਂ ਚਾਰਾਂ ਸਬਜੈਕਟਸ ਦੇ ਵਿੱਚ ਆਪਣੇ ਆਪ ਨੂੰ ਇਕੁਅਲੀ ਧਿਆਨ ਦਈਏ and make sure that we are progressing in each of these 4 subjects. Thank you, Manpreet bhai. मैं भी start किया सी तो I was just doing the first 2 things and not everything. So it's a journey. Thank you. Okay. ਅਸੀਂ end ਕਰਾਂਗੇ ਇੱਥੇ. If you all have any other questions, feel free to email us at contact@sbbrahmakumaris.org or Manpreet bhai. His email is bk.manpreet.s@gmail.com.
And we hope to see you all at the Milpitas Center here. And that's all for today. Sat Sri Akal, Om Shanti. Om Shanti. Sat Sri Akal. Thank you so much.